ਅਸੀਂ 10ਵੇਂ ਚੈਪਟਰ ਦੇ ਇਸ ਵੇਲੇ 16ਵੇਂ ਪਾਠ ਤੇ 16वीं आयत ਤੇ ਪਹੁੰਚ ਚੁੱਕੇ ਹਾਂ। पन्ना 321। मैं पढ़ दें मास्टर जी। हाँ जी मेरी भैन, 16 तो लैके ਅਸੀਂ ਪਹਿਲਾਂ ਪੜਾਂਗੇ 27 ਆਇਤ ਦਾ। ਯਾਸ਼ੂਆ ਚੈਪਟਰ 10 16 हाँ जी 27। ਪੰਜਾਂ ਅਮੋਰੀ ਰਾਜਿਆਂ ਦਾ ਗ੍ਰਿਫਤਾਰ ਹੋਣਾ। ਅਮੋਰੀ ਪੰਜੇ ਰਾਜੇ ਲੜਾਈ ਦੇ ਮੈਦਾਨ ਵਿੱਚੋਂ ਨੱਠ ਕੇ ਮੱਕੇਦਾ ਦੀ ਗੁਫਾ ਵਿੱਚ ਜਾ ਲੁਕੇ। ਕਿਸੇ ਨੇ ਜਾ ਕੇ ਯਹੋਸ਼ੂਆ ਨੂੰ ਦੱਸਿਆ, ਪੰਜੇ ਰਾਜਾ ਮੱਕੇਦਾ ਦੀ ਗੁਫਾ ਵਿੱਚ ਲੁਕੇ ਹੋਏ ਹਨ। ਸੋ ਯਹੋਸ਼ੂਆ ਨੇ ਆਪਣੇ ਆਦਮੀਆਂ ਨੂੰ ਕਿਹਾ, ਤੁਸੀਂ ਗੁਫਾ ਦੇ ਅੱਗੇ ਵੱਡੇ ਵੱਡੇ ਪੱਥਰ ਰੇੜ ਦਿਓ। ਉੱਥੇ ਅੱਗੇ ਕੁਝ ਪਹਿਰੇਦਾਰ ਖੜੇ ਕਰ ਦਿਓ। ਆਪ ਉੱਥੇ ਖੜੇ ਨਾ ਹੋਵੋ, ਸਗੋਂ ਵੈਰੀ ਦਾ ਪਿੱਛਾ ਕਰਦੇ ਰਹੋ। ਉਹਨਾਂ ਨੂੰ ਅੱਗਿਓਂ ਦੀ ਜਾ ਕੇ ਘੇਰੋ ਅਤੇ ਸ਼ਹਿਰਾਂ ਦੇ ਅੰਦਰ ਨਾ ਦਾਖਲ ਹੋਣ ਦਿਓ। ਉਹਨਾਂ ਨੂੰ ਪ੍ਰਭੂ ਤੁਹਾਡੇ ਪਰਮੇਸ਼ਰ ਨੇ ਤੁਹਾਡੀ ਹੱਥੀਂ ਸੌਂਪ ਦਿੱਤਾ ਹੈ। ਸੋ ਯਹੋਸ਼ੂਆ ਅਤੇ ਉਸਦੇ ਆਦਮੀਆਂ ਨੇ ਵੈਰੀਆਂ ਨੂੰ ਪੂਰੀ ਤਰ੍ਹਾਂ ਨਾਲ ਮਾਰ ਦਿੱਤਾ, ਪਰ ਫਿਰ ਵੀ ਕੁਝ ਦੌੜ ਕੇ ਚਾਰ ਦੀਵਾਰੀ ਵਾਲੇ ਸ਼ਹਿਰਾਂ ਵਿੱਚ ਜਾ ਲੁਕੇ। ਫਿਰ ਯਹੋਸ਼ੂਆ ਦੇ ਸਾਰੇ ਆਦਮੀ ਉਸ ਕੋਲ ਮੱਕੇਦਾ ਦੀ ਥਾਂ ਤੇ ਵਾਪਸ ਆ ਗਏ। ਉਸ ਇਲਾਕੇ ਵਿੱਚ ਕਿਸੇ ਨੇ ਵੀ ਇਜ਼ਰਾਈਲੀਆਂ ਦੇ ਵਿਰੁੱਧ ਮੂੰਹ ਤੱਕ ਨਾ ਖੋਲਿਆ। ਤਦ ਯਹੋਸ਼ੂਆ ਨੇ ਕਿਹਾ, ਗੁਫਾ ਦਾ ਮੂੰਹ ਖੋਲ ਕੇ ਉਹਨਾਂ ਪੰਜਾਂ ਰਾਜਿਆਂ ਨੂੰ ਬਾਹਰ ਮੇਰੇ ਕੋਲ ਲੈ ਆਓ। ਉਹਨਾਂ ਨੇ ਇਸੇ ਤਰ੍ਹਾਂ ਕੀਤਾ ਤੇ ਉਹ ਪੰਜਾਂ ਰਾਜਿਆਂ ਯਰੂਸ਼ਲਮ, ਹਬਰੋਨ, ਜਰਮੂਥ, ਲਕੀਸ਼ ਅਤੇ ਅਗਲੋਨ ਦੇ ਰਾਜਿਆਂ ਨੂੰ ਬਾਹਰ ਯਹੋਸ਼ੂਆ ਕੋਲ ਲੈ ਆਏ। ਫਿਰ ਯਹੋਸ਼ੂਆ ਨੇ ਆਪਣੇ ਇਜ਼ਰਾਈਲੀ ਸੈਨਾ ਦੇ ਅਫਸਰਾਂ ਨੂੰ ਕਿਹਾ, ਤੁਸੀਂ ਆ ਕੇ ਆਪਣੇ ਪੈਰ ਇਹਨਾਂ ਰਾਜਿਆਂ ਦੀਆਂ ਧੌਣਾਂ ਤੇ ਰੱਖੋ। ਉਹਨਾਂ ਨੇ ਇਸੇ ਤਰ੍ਹਾਂ ਕੀਤਾ। ਤਦ ਯਹੋਸ਼ੂਆ ਨੇ ਉਹਨਾਂ ਨੂੰ ਕਿਹਾ, ਤੁਸੀਂ ਡਰੋ ਨਾ ਤੇ ਨਾ ਹੀ ਆਪਣੇ ਦਿਲ ਛੋਟੇ ਕਰੋ, ਸਗੋਂ ਤਕੜੇ ਹੋ ਕੇ ਹੌਸਲਾ ਰੱਖੋ, ਕਿਉਂਕਿ ਇਸ ਤਰ੍ਹਾਂ ਪ੍ਰਭੂ ਤੁਹਾਡੇ ਵੈਰੀਆਂ ਨੂੰ ਤੁਹਾਡੇ ਹੱਥੀਂ ਸੌਂਪ ਦੇਵੇਗਾ। ਇਸ ਦੇ ਪਿੱਛੋਂ ਯਹੋਸ਼ੂਆ ਨੇ ਉਹਨਾਂ ਪੰਜਾਂ ਰਾਜਿਆਂ ਨੂੰ ਕਤਲ ਕਰ ਦਿੱਤਾ ਤੇ ਉਹਨਾਂ ਨੂੰ ਪੰਜਾਂ ਰੁੱਖਾਂ ਉੱਤੇ ਟੰਗ ਦਿੱਤਾ। ਉਹਨਾਂ ਦੇ ਮੁਰਦਾ ਸਰੀਰ ਤਰਕਾਲਾਂ ਤੱਕ ਰੁੱਖਾਂ ਤੇ ਟੰਗੇ ਰਹੇ। ਤਰਕਾਲਾਂ ਵੇਲੇ ਯਹੋਸ਼ੂਆ ਦੇ ਹੁਕਮ ਨਾਲ ਉਹਨਾਂ ਦੇ ਮੁਰਦਾ ਸਰੀਰਾਂ ਨੂੰ ਰੁੱਖਾਂ ਤੋਂ ਉਤਾਰ ਕੇ ਉਸੇ ਗੁਫਾ ਵਿੱਚ ਸੁੱਟ ਦਿੱਤਾ ਗਿਆ ਜਿਸ ਵਿੱਚ ਉਹ ਲੁਕੇ ਸਨ, ਅਤੇ ਗੁਫਾ ਦੇ ਮੂੰਹ ਉੱਤੇ ਵੱਡੇ ਵੱਡੇ ਪੱਥਰ ਰੱਖ ਦਿੱਤੇ ਜੋ ਅੱਜ ਵੀ ਉੱਥੇ ਹਨ। ਸਹੀ ਸਮੇਂ ਤੇ ਪ੍ਰਭੂ ਨੇ ਉਹ ਰਿਵੀਲ ਕਰ ਦੇਣੀਆਂ ਸਾਰੀਆਂ ਚੀਜ਼ਾਂ, ਜਿੱਦਾਂ ਇਨਸਾਨ ਸਾਡੇ ਸਾਇੰਟਿਸਟ ਕਹਿੰਦੇ ਆ ਕਿ ਇਹ ਨਹੀਂ ਹੋਇਆ, ਉਦੋਂ ਹੀ ਪ੍ਰਭੂ ਕੋਈ ਨਾ ਕੋਈ ਚੀਜ਼ ਨਵੀਂ ਕੱਢ ਕੇ ਬਾਹਰ ਲੈ ਆਉਂਦਾ ਤੇ ਉਹ ਸਾਰੀਆਂ ਉਹਨਾਂ ਦੀਆਂ ਚੀਜ਼ਾਂ ਰਖਾਈਆਂ ਰਹਿ ਜਾਂਦੀਆਂ। ਸੋ ਇਸ ਵੇਲੇ ਅਸੀਂ ਪ੍ਰਭੂ ਦੇ ਵਚਨ ਦੇ ਉਸ ਹਿੱਸੇ ਦੇ ਵਿੱਚ ਆ ਜਿੱਥੇ ਪ੍ਰਭੂ ਨੇ ਕਿਹਾ ਸੀ ਕਿ ਉਸਨੂੰ ਵਾਅਦਾ ਦਿੱਤਾ ਸੀ ਕਿ ਜਦ ਤੱਕ ਉਹਨਾਂ ਦੇ ਪਾਪ ਦਾ ਪਿਆਲਾ ਭਰ ਨਹੀਂ ਜਾਂਦਾ, ਮੈਂ ਉਹਨਾਂ ਨੂੰ ਉਦੋਂ ਤੱਕ ਮੈਂ ਉਹਨਾਂ ਨੂੰ ਕੁਛ ਨਹੀਂ ਕਹੂੰਗਾ। ਹੁਣ ਉਹਨਾਂ ਦੇ ਪਾਪ ਦਾ ਪਿਆਲਾ ਭਰ ਚੁੱਕਾ ਹੈ। ਸੋ ਉਹਨਾਂ ਨੇ ਪੰਜਾਂ ਨੇ ਰਲ ਕੇ, ਇੱਕ ਵੱਡੀ ਫੌਜ ਨੇ ਰਲ ਕੇ ਉਹਨਾਂ ਦੇ ਉੱਤੇ ਹਮਲਾ ਕੀਤਾ, ਲੇਕਿਨ ਉਹ ਜਿੱਤ ਨਹੀਂ ਸਕੇ। ਕਿਉਂ? ਅਸੀਂ ਦੇਖਿਆ ਕਿ ਪ੍ਰਭੂ ਉਹਨਾਂ ਦੇ ਨਾਲ ਸੀ। ਜਿਹੜੇ ਉਹਨਾਂ ਦੇ ਰਾਜੇ ਸੀਗੇ ਉਹ ਦੌੜ ਗਏ, ਆਪਣੇ ਲੋਕਾਂ ਨੂੰ ਛੱਡ ਕੇ ਦੌੜ ਗਏ, ਔਰ ਦੌੜ ਕੇ ਜਾ ਕੇ ਗੁਫਾ ਦੇ ਵਿੱਚ ਲੁਕ ਗਏ, ਔਰ ਉਸਨੇ ਉਹਨਾਂ ਨੂੰ ਗੁਫਾ ਦੇ ਵਿੱਚ ਕੱਢਿਆ। ਜਿਹੜੀ ਇੱਥੇ ਮੇਨ ਚੀਜ਼ ਆ, ਉਹ ਯਹੋਸ਼ੂਆ ਨੇ ਉਹਨਾਂ ਨੂੰ ਕਿਹਾ ਕਿ ਇਹਨਾਂ ਦੇ ਸਿਰਾਂ ਦੇ ਉੱਤੇ ਪੈਰ ਰੱਖੋ। ਕਹਿਣ ਦਾ ਕੀ ਮਤਲਬ, ਇਸ ਦੀ ਜਿਹੜੀ ਮੇਨ ਚੀਜ਼ ਉਹ ਇਹ ਆ ਕਿ ਇਹ ਜਿੱਤ ਤੁਹਾਨੂੰ ਪ੍ਰਭੂ ਨੇ ਦਿੱਤੀ ਹੈ। ਯਹੋਸ਼ੂਆ ਉਹਨਾਂ ਨੂੰ ਇਸ ਚੀਜ਼ ਨੂੰ ਮਹਿਸੂਸ ਕਰਾ ਰਿਹਾ ਕਿ ਤੁਸੀਂ ਹੁਣ ਉਜਾੜ ਦੇ ਵਿੱਚ ਫਿਰਨ ਵਾਲੇ ਲੋਕ ਨਹੀਂ। ਪ੍ਰਭੂ ਨੇ ਇਹ ਧਰਤੀ ਜਿਸ ਦਾ ਵਾਅਦਾ ਤੁਹਾਡੇ ਪੁਰਖੇ ਨੂੰ ਦਿੱਤਾ ਸੀ, ਉਹ ਧਰਤੀ ਇਹਨਾਂ ਨੂੰ ਉਹ ਤੁਹਾਨੂੰ ਦੇ ਦਿੱਤੀ ਹੈ। ਤੇ ਇਹ ਲੋਕ ਜਿਸ ਵੇਲੇ ਤੁਹਾਡਾ ਪੁਰਖਾ ਜਿਸ ਵੇਲੇ ਇੱਥੇ ਆਇਆ ਸੀ, ਇਹ ਉਹਨਾਂ ਦੇ ਨਾਲ ਚੰਗੇ ਨਹੀਂ ਸੀ, ਲੇਕਿਨ ਫਿਰ ਵੀ ਮੈਂ ਇਹਨਾਂ ਦੇ ਉੱਤੇ ਦਇਆ ਕੀਤੀ, ਔਰ ਤੁਹਾਨੂੰ ਤੁਹਾਡੀ ਤੀਜੀ ਜਨਰੇਸ਼ਨ ਨੂੰ ਉਸ ਵੇਲੇ ਉੱਥੋਂ ਕੱਢ ਕੇ ਮੈਂ ਲੈ ਗਿਆ ਇਜਿਪਟ ਦੇ ਵਿੱਚ, ਮਿਸਰ ਦੇ ਵਿੱਚ ਲੈ ਗਿਆ। ਮੈਂ ਉਹਨਾਂ ਨੂੰ ਉੱਥੋਂ ਫਿਰ ਤੁਹਾਨੂੰ ਉੱਥੋਂ ਲੈ ਕੇ ਆਇਆ। ਤੁਸੀਂ ਆਪਣਾ ਜਿਹੜਾ ਦੁੱਖ ਭੋਗ ਹਟੇ, ਤੁਸੀਂ ਗੁਲਾਮੀ ਕੱਟੀ ਆ, ਔਰ ਮੈਂ ਤੁਹਾਨੂੰ ਛੁਟਕਾਰਾ ਦੇ ਕੇ ਲੈ ਕੇ ਆਇਆ। ਸੋ ਹੁਣ ਜਿਹੜੀਆਂ ਇਹ ਜਿੱਤਾਂ ਆ, ਇਹ ਤੁਹਾਡੀਆਂ ਹੈ। ਸੋ ਯਹੋਸ਼ੂਆ ਨੇ ਜਿਸ ਲਈ ਇਹ ਉਹਨਾਂ ਨੂੰ ਕਰਨ ਦੇ ਲਈ ਕਿਹਾ, ਤੇ ਉਸ ਦੇ ਪਿੱਛੇ ਜਿਹੜਾ ਕਾਰਨ ਸੀ ਉਹ ਇਹ ਸੀ ਕਿ ਜਿਹੜੇ ਉਸਦੇ ਯਹੋਸ਼ੂਆ ਦੇ ਨਾਲ ਜਿਹੜੇ ਜਰਨੈਲ ਸੀਗੇ, ਉਸ ਚੀਜ਼ ਨੂੰ ਮਹਿਸੂਸ ਕਰਨ
ਪ੍ਰਭੂ ਨੇ ਸਾਨੂੰ ਜਿੱਤ ਦਿੱਤੀ ਆ। ਅਸੀਂ ਉਹ ਲੋਕ ਨਹੀਂ ਗੇ ਜਿਹੜੇ ਅਸੀਂ ਉਜਾੜਾਂ ਦੇ ਵਿੱਚ ਫਿਰਦੇ ਹੁੰਦੇ ਸੀ, ਮੰਨਾ ਖਾਂਦੇ ਸੀ, ਪਾਣੀ ਪੀਂਦੇ ਸੀ, ਉਹ ਲੋਕ ਨਹੀਂ। ਹੁਣ ਅਸੀਂ, ਸਾਨੂੰ ਪ੍ਰਭੂ ਨੇ ਧਰਤੀ ਦਿੱਤੀ ਆ, ਔਰ ਇਹ ਵਾਅਦੇ ਦੀ ਧਰਤੀ ਆ। ਔਰ ਅੱਜ ਤੱਕ ਯਹੂਦੀ ਉਸ ਨੂੰ ਪ੍ਰੋਮਿਸ ਲੈਂਡ ਹੀ ਕਹਿੰਦੇ ਆ, ਇਜ਼ਰਾਈਲ ਨੂੰ ਪ੍ਰੋਮਿਸ ਲੈਂਡ ਕਹਿੰਦੇ ਆ। ਸੋ ਇੱਥੇ ਅਸੀਂ ਇਹ ਚੀਜ਼ ਦੇਖਦੇ ਹਾਂ। ਹੁਣ ਆਓ ਉਸਨੂੰ 28 ਤੋਂ ਲੈ ਕੇ ਇਸ ਚੈਪਟਰ ਨੂੰ ਖਤਮ ਕਰੀਏ। ਯਹੋਸ਼ੁਆ ਦਾ ਹੋਰ ਅਮੋਰੀ ਧਰਤੀ ਤੇ ਕਬਜ਼ਾ ਕਰਨਾ। ਯਹੋਸ਼ੁਆ ਨੇ ਉਸ ਦਿਨ ਮੱਕੇ ਦਾ ਨਗਰ ਤੇ ਚੜ੍ਹਾਈ ਕਰਕੇ ਉਸ ਨੂੰ ਵੀ ਆਪਣੇ ਅਧਿਕਾਰ ਵਿੱਚ ਕਰ ਲਿਆ। ਉਸਨੇ ਉੱਥੋਂ ਦੇ ਸਭ ਪ੍ਰਾਣੀਆਂ ਨੂੰ ਕਤਲ ਕਰ ਦਿੱਤਾ ਅਤੇ ਮੱਕੇ ਦਾ ਰਾਜੇ ਦਾ ਹਾਲ ਉਹ ਕੀਤਾ ਜੋ ਉਸਨੇ ਜਰੀਹੋ ਦੇ ਰਾਜਾ ਦਾ ਕੀਤਾ ਸੀ। ਫਿਰ ਯਹੋਸ਼ੁਆ ਨੇ ਮੱਕੇਦਾ ਤੋਂ ਚੱਲ ਕੇ ਲਿਬਨਾਹ ਨਗਰ ਤੇ ਚੜ੍ਹਾਈ ਕੀਤੀ। ਪ੍ਰਭੂ ਨੇ ਲਿਬਨਾਹ ਨਗਰ ਵੀ ਇਜ਼ਰਾਈਲੀ ਲੋਕਾਂ ਦੇ ਹੱਥੀਂ ਦੇ ਦਿੱਤਾ। ਉਹਨਾਂ ਨੇ ਉੱਥੋਂ ਦੇ ਵੀ ਸਭ ਪ੍ਰਾਣੀਆਂ ਨੂੰ ਕਤਲ ਕਰ ਦਿੱਤਾ ਅਤੇ ਉੱਥੋਂ ਦੇ ਰਾਜਾ ਦਾ ਹਾਲ ਵੀ ਜਰੀਹੋ ਦੇ ਰਾਜਾ ਵਰਗਾ ਕੀਤਾ। ਲਿਬਨਾਹ ਨੂੰ ਜਿੱਤ ਕੇ ਯਹੋਸ਼ੁਆ ਨੇ ਆਪਣੇ ਲੋਕਾਂ ਨਾਲ ਮਿਲ ਕੇ ਲਕੀਸ਼ ਨਗਰ ਤੇ ਚੜ੍ਹਾਈ ਕੀਤੀ। ਲਕੀਸ਼ ਦੇ ਲੋਕਾਂ ਨਾਲ ਉਹਨਾਂ ਦਾ 2 ਦਿਨਾਂ ਤੱਕ ਯੁੱਧ ਹੁੰਦਾ ਰਿਹਾ, ਪਰ ਪ੍ਰਭੂ ਨੇ ਦੂਜੇ ਦਿਨ ਲਕੀਸ਼ ਦੇ ਲੋਕਾਂ ਨੂੰ ਇਜ਼ਰਾਈਲੀਆਂ ਦੇ ਹੱਥੀਂ ਦੇ ਦਿੱਤਾ। ਇਸ ਲਈ ਇਜ਼ਰਾਈਲੀਆਂ ਨੇ ਲਕੀਸ਼ ਨਗਰ ਦੇ ਸਭ ਲੋਕਾਂ ਨੂੰ ਵੀ ਕਤਲ ਕਰ ਦਿੱਤਾ। ਗਜਰ ਨਗਰ ਦਾ ਰਾਜਾ ਵੀ ਆਪਣੇ ਲੋਕਾਂ ਨਾਲ ਲਕੀਸ਼ ਦੇ ਲੋਕਾਂ ਦੀ ਮਦਦ ਕਰਨ ਲਈ ਆਇਆ, ਪਰ ਯਹੋਸ਼ੁਆ ਨੇ ਗਜਰ ਦੇ ਰਾਜਾ ਨੂੰ ਵੀ ਹਰਾ ਕੇ ਉਸਦੇ ਸਭ ਆਦਮੀਆਂ ਨੂੰ ਕਤਲ ਕਰ ਦਿੱਤਾ। ਲਕੀਸ਼ ਨਗਰ ਤੋਂ ਚੱਲ ਕੇ ਯਹੋਸ਼ੁਆ ਨੇ ਆਦਮੀਆਂ ਨਾਲ ਅਗਲੋਨ ਨਗਰ ਤੇ ਚੜ੍ਹਾਈ ਕੀਤੀ। ਉਸਨੇ ਅਗਲੋਨ ਨਗਰ ਦੇ ਲੋਕਾਂ ਨੂੰ ਵੀ ਹਰਾ ਕੇ ਉੱਥੋਂ ਦੇ ਸਭ ਪ੍ਰਾਣੀਆਂ ਨੂੰ ਲਕੀਸ਼ ਨਗਰ ਦੇ ਵਾਂਗ ਨਾਸ਼ ਕਰ ਦਿੱਤਾ। ਅਗਲੋਨ ਤੋਂ ਅੱਗੇ ਯਹੋਸ਼ੁਆ ਨੇ ਹਬਰੋਨ ਦੇ ਪਹਾੜੀ ਨਗਰ ਉੱਤੇ ਚੜ੍ਹਾਈ ਕੀਤੀ। ਉਸਨੇ ਹਬਰੋਨ ਨਗਰ ਨੂੰ ਵੀ ਆਪਣੇ ਅਧਿਕਾਰ ਵਿੱਚ ਲੈ ਲਿਆ ਅਤੇ ਉੱਥੋਂ ਦੇ ਸਭ ਲੋਕਾਂ ਨੂੰ ਕਤਲ ਕਰ ਦਿੱਤਾ। ਹਬਰੋਨ ਨਗਰ ਨੂੰ ਉਸਨੇ ਅਗਲੋਨ ਨਗਰ ਦੇ ਵਾਂਗ ਪੂਰਾ ਨਾਸ਼ ਕਰ ਦਿੱਤਾ। ਹਬਰੋਨ ਤੋਂ ਅੱਗੇ ਯਹੋਸ਼ੁਆ ਅਤੇ ਉਸ ਦੇ ਲੋਕਾਂ ਨੇ ਦਬਰ ਨਗਰ ਤੇ ਚੜ੍ਹਾਈ ਕੀਤੀ। ਉਸ ਨੇ ਦਬਰ ਦੇ ਸਾਰੇ ਇਲਾਕੇ ਤੇ ਅਧਿਕਾਰ ਕਰ ਲਿਆ ਤੇ ਉੱਥੋਂ ਦੇ ਸਭ ਪ੍ਰਾਣੀਆਂ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ। ਉਸ ਨੇ ਦਬਰ ਨੂੰ ਜਿੱਤ ਕੇ ਉਸ ਦੇ ਰਾਜੇ ਨਾਲ ਹਬਰੋਨ ਅਤੇ ਲਿਬਨਾਹ ਅਤੇ ਉਹਨਾਂ ਦੇ ਰਾਜਿਆਂ ਵਾਲਾ ਹਾਲ ਕੀਤਾ। ਇਸੇ ਤਰ੍ਹਾਂ ਯਹੋਸ਼ੁਆ ਨੇ ਉਸ ਸਾਰੇ ਇਲਾਕੇ ਨੂੰ ਜਿੱਤ ਲਿਆ। ਉਸਨੇ ਪਹਾੜੀ ਅਤੇ ਮੈਦਾਨੀ ਇਲਾਕਿਆਂ ਦੇ ਸਭ ਰਾਜਿਆਂ ਨੂੰ ਕਤਲ ਕਰ ਦਿੱਤਾ ਅਤੇ ਉੱਥੋਂ ਦੇ ਸਭ ਪ੍ਰਾਣੀਆਂ ਨੂੰ ਨਾਸ਼ ਕਰ ਦਿੱਤਾ। ਇਸ ਦੇ ਲਈ ਉਸਨੂੰ ਪ੍ਰਭੂ ਤੋਂ ਹੁਕਮ ਮਿਲਿਆ ਸੀ। ਯਹੋਸ਼ੁਆ ਆਪਣੀਆਂ ਚੜ੍ਹਾਈਆਂ ਸਮੇਂ ਕਦੇਸ਼ ਬਰਨੇਆ ਤੋਂ ਅਜਾਹ ਦੇ ਇਲਾਕੇ ਤੱਕ ਗਿਆ। ਇਸ ਦੇ ਨਾਲ ਹੀ ਉਸਨੇ ਗੋਸ਼ਨ ਦੇ ਸਾਰੇ ਇਲਾਕੇ ਨੂੰ ਗਬਿਓਨ ਤੱਕ ਆਪਣੇ ਅਧਿਕਾਰ ਵਿੱਚ ਲੈ ਲਿਆ। ਯਹੋਸ਼ੁਆ ਨੇ ਇੱਕੋ ਹੀ ਸਮੇਂ ਵਿੱਚ ਇਹਨਾਂ ਸਭ ਰਾਜਿਆਂ ਤੇ ਉਹਨਾਂ ਦੇ ਇਲਾਕਿਆਂ ਨੂੰ ਆਪਣੇ ਅਧਿਕਾਰ ਵਿੱਚ ਕਰ ਲਿਆ, ਕਿਉਂਕਿ ਇਜ਼ਰਾਈਲ ਦਾ ਪ੍ਰਭੂ ਪਰਮੇਸ਼ਰ ਉਹਨਾਂ ਦੇ ਵੱਲੋਂ ਲੜਦਾ ਸੀ। ਇਸ ਦੇ ਪਿੱਛੋਂ ਯਹੋਸ਼ੁਆ ਆਪਣੇ ਲੜਾਕੂ ਆਦਮੀਆਂ ਨਾਲ ਗਿਲਗਾਲ ਦੀ ਥਾਂ ਤੇ ਵਾਪਸ ਚਲਾ ਗਿਆ। ਆਮੀਨ। ਉਹਨਾਂ ਧਰਤੀਆਂ ਦੇ ਉੱਤੇ ਜਿਸ ਧਰਤੀ ਦਾ ਪ੍ਰਭੂ ਨੇ ਵਾਅਦਾ ਕੀਤਾ ਸੀਗਾ, ਉਹ ਧਰਤੀ ਹੁਣ ਪ੍ਰਭੂ ਨੇ ਉਹਨਾਂ ਨੂੰ ਦੇਣੀ ਸ਼ੁਰੂ ਕਰ ਦਿੱਤੀ ਆ ਔਰ ਬਹੁਤ ਸਾਰੇ ਹਿੱਸੇ ਤੇ ਹੁਣ ਉਹਨਾਂ ਦਾ ਕਬਜ਼ਾ ਹੋ ਗਿਆ। ਔਰ ਇਹ ਸਾਰੇ ਰਾਜੇ ਜਿਹੜੇ ਹਮਲੇ ਕਰਦੇ ਪਏ ਆ ਔਰ ਹਮਲੇ ਕਰਕੇ ਉਹ ਕੋਸ਼ਿਸ਼ ਕਰਦੇ ਪਏ ਆ ਕਿ ਉਹ ਇਸਰਾਇਲ ਨੂੰ ਹਾਰ ਦੇ ਸਕਣ। ਕਿ ਇਹ ਕਿੱਦਾਂ ਹੋ ਸਕਦਾ? ਇਹ ਜਿਹੜੇ ਉਜਾੜ ਦੇ ਵਿੱਚ ਫਿਰਦੇ ਆਏ ਆ, ਇਹ ਕਿੱਦਾਂ ਸਾਡੇ ਤੇ ਰਾਜ ਕਰ ਸਕਦੇ? ਇਹ ਕਿੱਦਾਂ ਜੰਗਾਂ ਜਿੱਤ ਰਹੇ ਆ? ਔਰ ਹਰ ਕੋਈ ਇਹ ਦੇਖਦਾ ਸੀ ਰਾਜਾ ਕਿ ਸਾਡੇ ਕੋਲ ਤਾਂ ਰੱਥ ਆ, ਸਾਡੇ ਕੋਲ ਤਾਂ ਤੀਰ ਕਮਾਨ ਚਲਾਉਣ ਵਾਲੇ ਆ, ਸਾਡੇ ਕੋਲ ਆਹ ਆ, ਸਾਡੇ ਕੋਲ ਉਹ। ਪਰ ਇਹ ਕਾਮਨ ਲੋਕ ਕਿੱਦਾਂ ਸਾਡੇ ਤੇ ਜਿੱਤ ਪ੍ਰਾਪਤ ਕਰਦੇ? ਸੋ ਉਹਦਾ ਜਿਹੜੀ ਮੇਨ ਆਇਤ ਆ ਉਹ ਇਹ ਆ ਕਿ ਪ੍ਰਭੂ ਆਪ ਆਪਣੇ ਲੋਕਾਂ ਦੇ ਲਈ ਲੜਦਾ ਸੀ। ਪ੍ਰਭੂ ਆਪ ਆਪਣੇ ਲੋਕਾਂ ਦੇ ਲਈ ਲੜਦਾ ਸੀ। ਪ੍ਰਭੂ ਆਪ ਉਹਨਾਂ ਦੀ ਮਦਦ ਕਰਦਾ ਸੀ। ਜੰਗਾਂ ਜਿੰਨੀਆਂ ਵੀ ਜਿੱਤੀਆਂ ਉਹ ਐਕਚੁਅਲੀ ਅਸੀਂ ਦੇਖਦੇ ਪਏ ਹਾਂ ਪ੍ਰਭੂ ਨੇ ਜਿੱਤੀਆਂ। ਜਿਸ ਵੇਲੇ ਇਹਨਾਂ ਨੇ ਜੰਗ ਸ਼ੁਰੂ ਕੀਤੀ ਸੀ, ਪਹਿਲਾਂ ਹੀ ਪ੍ਰਭੂ ਨੇ ਉਸਨੂੰ ਦਰਸ਼ਨ ਦਿੱਤਾ ਸੀ। ਉਹ ਕਿਹਾ ਸੀ ਪਵਿੱਤਰ ਧਰਤੀ ਆ, ਇੱਥੋਂ ਆਪਣੇ ਪੈਰੋਂ ਜੁੱਤੀ ਲਾਤੀ। ਔਰ ਉੱਥੇ ਜਿਹੜਾ ਉਸਦੇ ਨਾਲ ਵਾਅਦਾ ਸੀ ਉਹ ਇਹ ਸੀ ਕਿ ਮੂਸਾ ਦੇ ਲਈ ਤਾਂ ਮੈਂ ਪਾਣੀ ਵੱਖਰੇ ਕੀਤੇ ਸੀ, ਤੇਰੇ ਲਈ ਪੱਥਰ ਵੱਖਰੇ ਕਰਾਂਗਾ, ਤਾਂ ਫਿਰ ਦੇਖੇਗਾ ਕਿ ਮੈਂ ਤੇਰੇ ਨਾਲ। ਔਰ ਸੱਚਮੁੱਚ ਪ੍ਰਭੂ ਨੇ ਆਪਣੇ ਬੰਦੇ ਨੂੰ ਬੜੀ ਬਰਕਤ ਦਿੱਤੀ।
मूसा दे नाल अगर कोई सारी जिंदगी कोई इंसान खड़ा रहा ते ओ यहोशुआ सी और हमेशा उसने अपने सारे लोग जिन्ने भी सगे ये सारे अपने अपने मुंह बट लेंदे सगे, लेकिन वो हमेशा उसके नाल खड़ा और बरकत का कारण बनिया। हुण प्रभु उस बरकत दे रहा। 11वें भाव दे विच जिसले असीं आए हैं, हुण असीं उस चैप्टर दे विच आए हैं जिहड़ी अगले 5 साल की कहानी। जिन्नियां जित्तां हुण तक उसने प्राप्त कीतियां सारियां 1 साल दी, लेकिन हुण जिथे असीं पहुंच चुके हैं ये 1421 प्रभु यीशु मसीह दे आउण तो पहला 1421 तो 1416 जिहड़ा असीं 11वें भाव दे विच देखांगे। अगले हिस्से नूं 5 साल लगे। सो आओ असीं इस हिस्से नूं देखीए। सो 11वां भाव इस दिन असीं पहला 15 आयतां देखांगे। मैं पढ़ देनी पास्टर जी। मेरे पर ਯਹੋਸ਼ੂਆ ਦਾ ਰਾਜਾ ਯਬੀਨ ਅਤੇ ਉਸਦੇ ਸਾਥੀਆਂ ਨੂੰ ਜਿੱਤਣਾ। ਜਦੋਂ ਹਾਸ਼ੋਰ ਦੇ ਰਾਜਾ ਯਬੀਨ ਨੇ ਇਜ਼ਰਾਈਲੀਆਂ ਦੀਆਂ ਜਿੱਤਾਂ ਬਾਰੇ ਸੁਣਿਆ ਤਾਂ ਉਸਨੇ ਉਹਨਾਂ ਨਾਲ ਲੜਾਈ ਦੀ ਯੋਜਨਾ ਬਣਾਈ। ਉਸਨੇ ਇਹਨਾਂ ਰਾਜਿਆਂ ਨੂੰ ਆਪਣੇ ਨਾਲ ਮਿਲਣ ਲਈ ਸੱਦਾ ਦਿੱਤਾ। ਮਾਦੋਨ ਦੇ ਰਾਜਾ ਯੋਬਾਬ, ਸਿਮਰੋਨ ਦੇ ਰਾਜਾ ਆਕਸ਼ਾਫ, ਉੱਤਰ ਵੱਲੋਂ ਪਹਾੜੀ ਇਲਾਕੇ ਦੇ ਰਾਜਿਆਂ, ਦੱਖਣ ਵੱਲੋਂ ਕਿਨਰੋਥ ਦੇ ਮੈਦਾਨੀ ਤੇ ਬੇਟ ਦੇ ਇਲਾਕਿਆਂ ਦੇ ਰਾਜਿਆਂ, ਪੱਛਮ ਵੱਲੋਂ ਦੌਰ ਇਲਾਕੇ ਦੇ ਰਾਜਿਆਂ, ਪੂਰਬ ਤੇ ਪੱਛਮ ਵਿੱਚ ਰਹਿ ਰਹੇ ਕਨਾਨੀ, ਅਮੋਰੀ, ਹਿੱਤੀ, ਫਰੀਜੀ, ਪਹਾੜ ਉੱਤੇ ਰਹਿ ਰਹੇ ਜਬੂਸੀ ਅਤੇ ਹੀਵੀ ਰਾਜਿਆਂ ਨੂੰ ਜੋ ਹਰਮੋਨ ਪਹਾੜ ਕੋਲ ਮਿਸਪਾ ਦੇ ਇਲਾਕੇ ਵਿੱਚ ਰਹਿੰਦੇ ਸਨ। ਇਹ ਸਭ ਰਾਜੇ ਆਪਣੀਆਂ ਆਪਣੀਆਂ ਫੌਜਾਂ ਨੂੰ ਲੈ ਕੇ ਆਏ ਜੋ ਗਿਣਤੀ ਵਿੱਚ ਅਣਗਿਣਤ ਸਨ। ਇਹਨਾਂ ਕੋਲ ਘੋੜੇ ਅਤੇ ਰੱਥ ਵੀ ਬਹੁਤ ਸਨ। ਇਹ ਸਭ ਮਿਲ ਕੇ ਇਜ਼ਰਾਈਲੀਆਂ ਨਾਲ ਲੜਨ ਆਏ ਅਤੇ ਇਹਨਾਂ ਮੇਰੋਮ ਦੇ ਚਸ਼ਮਿਆਂ ਕੋਲ ਆ ਕੇ ਡੇਰੇ ਲਾ ਲਏ। ਪ੍ਰਭੂ ਨੇ ਯਹੋਸ਼ੂਆ ਨੂੰ ਕਿਹਾ, ਤੂੰ ਇਹਨਾਂ ਲੋਕਾਂ ਤੋਂ ਨਾ ਡਰ। ਕੱਲ ਤੱਕ ਇਹਨਾਂ ਸਭ ਨੂੰ ਮੈਂ ਇਜ਼ਰਾਈਲੀਆਂ ਦੇ ਹੱਥੋਂ ਕਤਲ ਕਰਵਾ ਦੇਵਾਂਗਾ। ਤੂੰ ਉਹਨਾਂ ਦੇ ਘੋੜਿਆਂ ਦੀਆਂ ਸੜਾਂ ਵੱਢਣਾ ਅਤੇ ਉਹਨਾਂ ਦੇ ਰੱਥਾਂ ਨੂੰ ਅੱਗ ਨਾਲ ਸਾੜ ਦੇਣਾ। ਸੋ ਯਹੋਸ਼ੂਆ ਨੇ ਆਪਣੇ ਸਭ ਲੜਾਕੂਆਂ ਨੂੰ ਨਾਲ ਲੈ ਕੇ ਮੇਰੋਮ ਦੇ ਚਸ਼ਮਿਆਂ ਕੋਲ ਅਚਾਨਕ ਉਹਨਾਂ ਉੱਤੇ ਹੱਲਾ ਬੋਲ ਦਿੱਤਾ। ਪ੍ਰਭੂ ਨੇ ਉਹਨਾਂ ਸਭ ਨੂੰ ਇਜ਼ਰਾਈਲੀਆਂ ਦੇ ਹੱਥੀਂ ਸੌਂਪ ਦਿੱਤਾ। ਇਜ਼ਰਾਈਲੀਆਂ ਨੇ ਉਹਨਾਂ ਦਾ ਪਿੱਛਾ ਇੱਕ ਪਾਸੇ ਵੱਡੇ ਸਿਦੋਨ ਅਤੇ ਮਿਸਰਫੋਤ ਮੇਮ ਤੱਕ ਕੀਤਾ ਅਤੇ ਦੂਜੇ ਪਾਸੇ ਪੂਰਬ ਵੱਲ ਮਿਸਫਾ ਦੀ ਵਾਦੀ ਤੱਕ। ਉਹ ਉਹਨਾਂ ਦੇ ਪਿੱਛੇ ਗਏ। ਇਜ਼ਰਾਈਲੀ ਉਹਨਾਂ ਨਾਲ ਉਸ ਸਮੇਂ ਤੱਕ ਲੜਦੇ ਰਹੇ ਜਦੋਂ ਤੱਕ ਉਹ ਸਭ ਨਾਸ਼ ਨਾ ਹੋ ਗਏ। ਯਹੋਸ਼ੂਆ ਨੇ ਉਹਨਾਂ ਨਾਲ ਪ੍ਰਭੂ ਦੇ ਕਹੇ ਅਨੁਸਾਰ ਕੀਤਾ। ਉਸਨੇ ਉਹਨਾਂ ਦੇ ਘੋੜਿਆਂ ਦੀਆਂ ਸੜਾਂ ਵੱਢ ਸੁੱਟੀਆਂ ਅਤੇ ਉਹਨਾਂ ਦੇ ਰੱਥ ਅੱਗ ਨਾਲ ਸਾੜ ਦਿੱਤੇ। ਤਦ ਯਹੋਸ਼ੂਆ ਨੇ ਵਾਪਸ ਆ ਕੇ ਹਾਸੋਰ ਤੇ ਕਬਜ਼ਾ ਕਰ ਲਿਆ ਅਤੇ ਉੱਥੋਂ ਦੇ ਰਾਜਾ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ। ਹਾਸੋਰ ਦਾ ਰਾਜਾ ਉਸ ਸਮੇਂ ਆਪਣੇ ਇਲਾਕੇ ਦੇ ਸਭ ਰਾਜਾਂ ਵਿੱਚੋਂ ਤਾਕਤਵਰ ਸੀ। ਇਜ਼ਰਾਈਲੀਆਂ ਨੇ ਹਾਸੋਰ ਦੇ ਸਭ ਨਿਵਾਸੀਆਂ ਨੂੰ ਕਤਲ ਕਰ ਦਿੱਤਾ, ਇੱਥੋਂ ਤੱਕ ਕਿ ਕੋਈ ਵੀ ਸਾਹ ਲੈਣ ਵਾਲਾ ਪ੍ਰਾਣੀ ਪਿੱਛੇ ਨਾ ਬਚਿਆ ਅਤੇ ਸ਼ਹਿਰ ਨੂੰ ਉਹਨਾਂ ਅੱਗ ਲਾ ਕੇ ਭਸਮ ਕਰ ਦਿੱਤਾ। ਯਹੋਸ਼ੂਆ ਨੇ ਬਾਕੀ ਸਭ ਸ਼ਹਿਰਾਂ ਅਤੇ ਉਹਨਾਂ ਦੇ ਰਾਜਿਆਂ ਨੂੰ ਵੀ ਫੜ ਲਿਆ। ਉਸਨੇ ਪ੍ਰਭੂ ਦੇ ਦਾਸ ਮੂਸਾ ਦੀ ਆਗਿਆ ਅਨੁਸਾਰ ਸਭ ਰਾਜਿਆਂ ਨੂੰ ਤਲਵਾਰ ਨਾਲ ਕਤਲ ਕਰਕੇ ਉਹਨਾਂ ਨੂੰ ਨਾਸ਼ ਕਰ ਦਿੱਤਾ। ਇਜ਼ਰਾਈਲੀਆਂ ਨੇ ਹਾਸੋਰ ਸ਼ਹਿਰ ਵਿੱਚ ਵਾਂਗ ਬਾਕੀ ਦੇ ਸ਼ਹਿਰਾਂ ਨੂੰ ਅੱਗ ਨਾਲ ਭਸਮ ਨਹੀਂ ਕੀਤਾ ਸੀ। ਇਹ ਸਭ ਸ਼ਹਿਰ ਉੱਚੇ ਟੀਲਿਆਂ ਤੇ ਬਣੇ ਹੋਏ ਸਨ। ਇਜ਼ਰਾਈਲੀਆਂ ਨੇ ਇਹਨਾਂ ਸ਼ਹਿਰਾਂ ਦਾ ਲੁੱਟ ਦਾ ਸਭ ਕੀਮਤੀ ਸਮਾਨ ਅਤੇ ਪਸ਼ੂ ਆਪਣੇ ਲਈ ਰੱਖ ਲਏ, ਪਰ ਉੱਥੋਂ ਦੇ ਸਭ ਆਦਮੀਆਂ, ਔਰਤਾਂ ਅਤੇ ਬੱਚਿਆਂ ਨੂੰ ਤਲਵਾਰ ਨਾਲ ਕਤਲ ਕਰ ਦਿੱਤਾ। ਇਸੇ ਤਰ੍ਹਾਂ ਕਰਨ ਦੇ ਲਈ ਪ੍ਰਭੂ ਨੇ ਮੂਸਾ ਨੂੰ ਆਗਿਆ ਦਿੱਤੀ ਸੀ ਜੋ ਅੱਗੇ ਉਸਨੇ ਯਹੋਸ਼ੂਆ ਨੂੰ ਦਿੱਤੀ। ਇਸ ਲਈ ਯਹੋਸ਼ੂਆ ਨੇ ਸਭ ਕੁਝ ਠੀਕ ਪ੍ਰਭੂ ਦੀ ਆਗਿਆ ਅਨੁਸਾਰ ਕੀਤਾ ਜੋ ਉਸਨੇ ਮੂਸਾ ਨੂੰ ਦਿੱਤੀ ਸੀ। ਆਮੀਨ। ਅਸੀਂ ਇਸ ਪ੍ਰਭੂ ਦੇ ਵਚਨ ਦੇ ਵਿੱਚ ਦੇਖਦੇ ਪਏ ਕਿ ਹੁਣ ਤਕੜੇ ਰਾਜੇ ਪਏ ਔਰ ਉਹਨਾਂ ਦਾ ਇੱਕੋ ਹੀ ਆ ਕਿ ਅਗਰ ਅਸੀਂ ਇਹਨਾਂ ਨੂੰ ਇਕੱਠੇ ਹੋ ਕੇ ਪਵਾਂਗੇ ਤਾਂ ਅਸੀਂ ਇਹਨਾਂ ਨੂੰ ਜਿੱਤ ਸਕਦੇ ਹਾਂ। ਅਸੀਂ ਬੇਸਿਕਲੀ ਇੱਥੇ ਦੇਖਦੇ ਪਏ ਹਾਂ ਕਿ ਪ੍ਰਭੂ ਜਿਸ ਲਈ ਉਹ ਆਪਣੇ ਰੱਥ ਲੈ ਕੇ ਆਏ ਆ, ਸਾਰਾ ਕੁਝ ਲੈ ਕੇ ਆਏ ਆ। ਸੋ ਉਹ ਜਿਸ ਲਈ ਸਾਰੇ ਜਾਣੇ ਇਕੱਠੇ ਹੋਏ ਆ ਤੇ ਉਹ ਜਿੱਦਾਂ ਇੱਕ ਯੁੱਧ ਹੁੰਦਾ ਸੀ ਕਿ ਯੁੱਧ ਤੋਂ ਪਹਿਲਾਂ ਜਿਸ ਲਈ ਉਹ ਇਕੱਠੇ ਹੁੰਦੇ ਸੀ ਤਾਂ ਉਸ ਵੇਲੇ ਉਹ ਪਹਿਲਾਂ ਦੋਨੇ ਪਾਸੇ ਦੀਆਂ ਫੌਜਾਂ ਥੱਕੀਆਂ ਹੁੰਦੀਆਂ ਸੀ ਸਫ਼ਰ ਕਰਕੇ। ਸੋ ਦੋਨੇ ਪਾਸੇ ਦੀਆਂ ਫੌਜਾਂ ਆਰਾਮ ਕਰਦੀਆਂ ਸੀ। 2, 3, 4 ਦਿਨ ਲੱਗ ਜਾਂਦੇ ਸੀ ਜਦੋਂ ਤੱਕ ਕਿ ਮੁੜ ਕੇ ਸਾਰਾ ਕੁਝ ਉਹ ਰੈਡੀ ਟੂ ਵਾਰ ਹੁੰਦੇ ਸੀ, ਫਿਰ ਉਹ ਅਟੈਕ ਕਰਦੇ ਸੀ। ਲੇਕਿਨ
ਕਿਉਂਕਿ ਇਹ ਜਿਹੜੇ ਪ੍ਰਭੂ ਦੇ ਆਪਣੇ ਲੋਕ ਆ, ਉਹਨਾਂ ਦੀ ਤਾਕਤ ਪ੍ਰਭੂ ਆਪ। ਇਹ ਸਾਰੀ ਰਾਤ ਚੱਲ ਕੇ ਵੀ ਸੀ, ਦੇਖਿਆ ਕਿ ਉਹਨਾਂ ਨੇ ਸਾਰੀ ਰਾਤ ਚੱਲ ਕੇ ਵੀ ਉਹਨਾਂ ਨੇ ਸਵੇਰੇ ਹਮਲਾ ਕਰ ਦਿੱਤਾ ਸੀ। ਇਸੇ ਤਰ੍ਹਾਂ ਉਹ ਇਹ ਜਿਹੜੇ ਹਮਲੇ ਸਾਰੇ ਹੋ ਰਹੇ, ਅਚਾਨਕ ਹੋ ਰਹੇ, ਔਰ ਜਿਸਲੇ ਅਚਾਨਕ ਹਮਲੇ ਹੋ ਰਹੇ ਆ ਔਰ ਦੂਸਰਾ ਪ੍ਰਭੂ ਉਹਨਾਂ ਦੇ ਨਾਲ ਆ, ਤੇ ਫਿਰ ਉਹ ਕਿਸ ਤਰ੍ਹਾਂ ਜਿੱਤ ਸਕਦੇ? ਸੋ ਪ੍ਰਭੂ ਨੇ ਉਹਨਾਂ ਇਲਾਕਿਆਂ ਦੇ ਵਿੱਚ ਵੀ ਉਸਨੇ ਜਿਸ ਤਰ੍ਹਾਂ ਕਿ ਪਹਿਲਿਆਂ ਇਲਾਕਿਆਂ ਦੇ ਵਿੱਚ ਵੀ ਉਹਨਾਂ ਨੂੰ ਜਿੱਤ ਦਿੱਤੀ ਸੀ, ਹੁਣ ਦੱਖਣੀ ਇਲਾਕਿਆਂ ਦੇ ਵਿੱਚ ਵੀ ਪ੍ਰਭੂ ਉਹਨਾਂ ਨੂੰ ਜਿੱਤ ਦੇ ਰਿਹਾ, ਔਰ ਉਹ ਇਲਾਕੇ ਇਜ਼ਰਾਈਲ ਦੇ ਕਬਜ਼ੇ ਦੇ ਵਿੱਚ ਉਹ ਕਰਦਾ ਜਾ ਰਿਹਾ। ਬਾਏ ਦ ਵੇ, ਇਸੇ ਤਰ੍ਹਾਂ ਜਿਸਲੇ ਅਸੀਂ ਪ੍ਰਕਾਸ਼ ਦੀ ਪੋਥੀ ਕਿਉਂ ਅੱਗ ਲਾ ਕੇ ਉਹ ਸਾੜਦੇ, ਕਿਉਂ ਇੰਨੀਆਂ ਮੌਤਾਂ ਹੁੰਦੀਆਂ ਪਈਆਂ, ਇਹ ਸਾਨੂੰ ਇਸ ਪੁਸਤਕ ਦੇ ਵਿੱਚ ਦਿਖਾਇਆ ਗਿਆ ਕਿ ਅਸੀਂ ਪ੍ਰਕਾਸ਼ ਦੀ ਪੋਥੀ ਨੂੰ ਕਿਤੇ ਸੌਖਾ ਕਰਕੇ ਨਾ ਲੈ ਲਈਏ। ਪ੍ਰਕਾਸ਼ ਦੀ ਪੋਥੀ ਨੂੰ ਇੰਨਾ ਸੌਖਾ ਕਰਕੇ ਨਾ ਲੈ ਲਈਏ। ਜਿਹੜੀ ਪ੍ਰਕਾਸ਼ ਦੀ ਪੋਥੀ ਆ, ਇਹ ਸਾਰੀਆਂ ਚੀਜ਼ਾਂ ਸਾਰੀ ਧਰਤੀ ਤੇ ਹੋ ਰਹੀਆਂ ਹਨ, ਸਾਰੀ ਧਰਤੀ ਤੇ ਚੀਜ਼ਾਂ ਹੋ ਰਹੀਆਂ ਹਨ। ਇੱਥੇ ਸਿਰਫ ਇੱਕ ਛੋਟਾ ਜਿਹਾ ਰੂਪ ਸਾਨੂੰ ਦਿਖਾਇਆ ਪ੍ਰਭੂ ਨੇ। ਤੇ ਇਹ ਜਿਹੜੇ ਵੱਡੇ ਵੱਡੇ ਰਾਜੇ ਆਪਣੇ ਆਪ ਨੂੰ ਸਮਝਦੇ, ਉਹ ਕਹਿ ਸਕਦਾ ਸੀ ਕਿ ਤੁਸੀਂ ਉਹਨਾਂ ਦੇ ਘੋੜਿਆਂ ਤੇ ਕਬਜ਼ਾ ਕਰ ਲਓ, ਤੁਸੀਂ ਉਹਨਾਂ ਦੇ ਰੱਥਾਂ ਤੇ ਕਬਜ਼ਾ ਕਰ ਲਓ। ਸਭ ਤੋਂ ਪਹਿਲਾਂ ਤਾਂ ਉਹਨਾਂ ਨੂੰ ਕਿਸੇ ਨੂੰ ਰੱਥ ਚੜਾਉਣਾ ਨਹੀਂ ਆਉਂਦਾ ਸੀ। ਉਹ ਕਿਹੜੇ ਫੌਜੀ ਸੀਗੇ ਜਿਹੜੇ ਲੜਦੇ ਸੀਗੇ? ਉਹਨਾਂ ਕੋਲ ਕੋਈ ਲੜਾਈ ਦੀ ਟ੍ਰੇਨਿੰਗ ਨਹੀਂ ਸੀ। ਉਹਨਾਂ ਦੀਆਂ ਜੰਗਾਂ ਤਾਂ ਪ੍ਰਭੂ ਜਿੱਤਦਾ ਪਿਆ ਸੀ। ਔਰ ਇਸੇ ਤਰ੍ਹਾਂ ਜਿਹੜੀਆਂ ਅਗਲੀਆਂ ਜੰਗਾਂ ਵੀ ਆ, ਜਿਹੜਾ ਅਗਲੀ ਜੰਗ ਵੀ ਆਉਣੀ ਆ, ਉੱਥੇ ਵੀ ਪ੍ਰਭੂ ਦੀ ਜੰਗ ਉਹ ਵੀ ਆਪਣੀ ਹੋਣੀ ਵਾਸਤੇ, ਉੱਥੇ ਵੀ ਅਸੀਂ ਇਹ ਅੱਗਾਂ ਦੇਖਣੀਆਂ। ਪਾਪ ਦਾ ਨਾਸ਼ ਹੁਣ ਅੱਗ ਦੇ ਨਾਲ ਕੀਤਾ ਜਾਏਗਾ। ਕੀਮਤ ਦੇ ਦਿੱਤੀ ਗਈ, ਜਿਹੜਾ ਕਬੂਲ ਕਰ ਲੇਗਾ ਉਸ ਕੀਮਤ ਨੂੰ ਉਹ ਬਰਕਤ ਪਾਏਗਾ, ਲੇਕਿਨ ਨਾਸ਼ ਅੱਗ ਨਾਲ ਕੀਤਾ ਜਾਏਗਾ। ਸੋ ਇੱਕ ਬਹੁਤ ਛੋਟੀ ਉਦਾਹਰਨ ਹੈ ਜਿਹੜੀ ਅਸੀਂ ਦੇਖਦੇ ਪਏ, ਔਰ ਇਹ ਉਦਾਹਰਨ ਵੱਡੀ ਕਰਕੇ ਜਿਸਲੇ ਪੂਰੀ ਹੋਣੀ ਆ, ਉਹ ਪ੍ਰਕਾਸ਼ ਦੀ ਪੋਥੀ ਦੇ ਵਿੱਚ ਹੋਣੀ। ਔਰ ਦਾਨੀਏਲ ਦੀ ਪੋਥੀ ਨੇ ਵੀ ਮਾੜਾ ਜਿਹਾ ਇਸ਼ਾਰਾ ਉਧਰ ਨੂੰ ਕਰਨਾ ਹੈ, ਔਰ ਪ੍ਰਕਾਸ਼ ਦੀ ਪੋਥੀ ਦੇ ਵਿੱਚ ਇਹ ਸਾਰੀਆਂ ਚੀਜ਼ਾਂ ਸਾਰੀ ਦੁਨੀਆ ਦੇ ਲੈਵਲ ਤੇ, ਬ੍ਰਹਮੰਡ ਦੇ ਲੈਵਲ ਤੇ, ਸਾਰੇ ਬ੍ਰਹਮੰਡ ਦੇ ਲੈਵਲ ਤੇ ਇਹ ਸਾਰੀਆਂ ਚੀਜ਼ਾਂ ਹੋਣੀਆਂ। ਜਿਹੜਾ ਅਸੀਂ ਦੇਖਦੇ ਪਏ ਹਾਂ ਸਾਰਾ ਕੁਛ, ਇਹ ਸਭ ਕੁਛ ਉਹ ਕਹਿੰਦਾ ਪੇਪਰ ਦੇ ਮੂੰਹ ਲਪੇਟ ਕੇ ਉਹਨਾਂ ਨੂੰ ਸੁੱਟ ਦਿਓ। ਇੱਕ ਨਵਾਂ ਬ੍ਰਹਮੰਡ ਉਹ ਸਾਰੇਗਾ। ਇਹ ਚੀਜ਼ਾਂ ਪ੍ਰਭੂ ਦੇ ਵਚਨ ਦੇ ਵਿੱਚ ਲਿਖੀਆਂ ਗਈਆਂ। ਸੋ ਆਓ ਅਸੀਂ ਅੱਗੇ ਚੱਲੀਏ 16 ਆਇਤ ਤੋਂ ਇਸ ਚੈਪਟਰ ਨੂੰ ਖਤਮ ਕਰੀਏ। ਮੈਂ ਹੀ ਪੜ੍ਹ ਦਿੰਦੀ। ਯਹੋਸ਼ੂਆ ਦਾ ਵੱਖ-ਵੱਖ ਇਲਾਕਿਆਂ ਤੇ ਕਬਜ਼ਾ ਕਰਨਾ। ਯਹੋਸ਼ੂਆ ਨੇ ਜੋ ਇਲਾਕੇ ਆਪਣੇ ਕਬਜ਼ੇ ਵਿੱਚ ਕੀਤੇ ਉਹ ਇਹ ਸਨ: ਸਾਰਾ ਪਹਾੜੀ ਇਲਾਕਾ, ਦੱਖਣੀ ਇਲਾਕਾ, ਗੋਸ਼ਾਨ ਦਾ ਇਲਾਕਾ, ਬੇਟ ਦਾ ਇਲਾਕਾ, ਮੈਦਾਨੀ ਇਲਾਕਾ। ਉਸਦੇ ਕਬਜ਼ਾ ਕੀਤੇ ਪਹਾੜ ਦੀਆਂ ਹੱਦਾਂ ਜਰਦਨ ਦੀ ਵਾਦੀ ਤੱਕ ਚਲੀਆਂ ਗਈਆਂ ਸਨ। ਉਸਨੇ ਹਲਾਕ ਪਹਾੜ ਤੋਂ ਲੈ ਕੇ ਸੇਈਰ ਦੇ ਵੱਲ ਬੈਲਗਾਦ ਤੱਕ, ਲਬਾਨੋਨ ਦੀ ਵਾਦੀ ਵਿੱਚ ਹਰਮੋਨ ਪਹਾੜ ਤੇ ਲਾਗੇ ਹੈ, ਦੇ ਸਭ ਰਾਜਿਆਂ ਨੂੰ ਫੜ ਕੇ ਕਤਲ ਕਰ ਦਿੱਤਾ। ਯਹੋਸ਼ੂਆ ਲੰਮੇ ਸਮੇਂ ਤੱਕ ਇਹਨਾਂ ਰਾਜਿਆਂ ਦੇ ਨਾਲ ਲੜਦਾ ਰਿਹਾ। ਗਿਬਿਓਨ ਸ਼ਹਿਰ ਦੇ ਨਿਵਾਸੀਆਂ, ਹਿੱਵੀਆਂ ਤੋਂ ਛੁੱਟ ਹੋਰ ਕਿਸੇ ਸ਼ਹਿਰ ਦੇ ਲੋਕਾਂ ਨਾਲ ਇਜ਼ਰਾਈਲੀਆਂ ਨੇ ਸੰਧੀ ਨਹੀਂ ਕੀਤੀ ਸੀ। ਬਾਕੀ ਦੇ ਸਭ ਸ਼ਹਿਰ ਉਹਨਾਂ ਲੜ ਕੇ ਜਿੱਤ ਲਏ ਸਨ। ਇਹ ਪ੍ਰਭੂ ਨੇ ਆਪ ਕੀਤਾ ਸੀ। ਉਸਨੇ ਉਹਨਾਂ ਲੋਕਾਂ ਦੇ ਮਨ ਕਠੋਰ ਕਰ ਦਿੱਤੇ ਸਨ ਕਿ ਉਹ ਇਜ਼ਰਾਈਲੀਆਂ ਨਾਲ ਲੜਨ ਲਈ ਮਜਬੂਰ ਹੋ ਜਾਣ ਅਤੇ ਇਸੇ ਲੜਾਈ ਵਿੱਚ ਨਾਸ਼ ਹੋ ਜਾਣ। ਪ੍ਰਭੂ ਦੀ ਆਗਿਆ ਸੀ ਕਿ ਉਹਨਾਂ ਉੱਤੇ ਕਿਸੇ ਤਰ੍ਹਾਂ ਦੀ ਦਇਆ ਨਾ ਕੀਤੀ ਜਾਵੇ। ਇਸ ਦੇ ਪਿੱਛੋਂ ਯਹੋਸ਼ੂਆ ਨੇ ਪਹਾੜੀ ਇਲਾਕੇ ਵਿੱਚ ਜਾ ਕੇ ਅਨਾਕੀ ਦੈਂਤਾਂ ਨੂੰ ਮਾਰਿਆ। ਉਸਨੇ ਇਹਨਾਂ ਸਭ ਸ਼ਹਿਰਾਂ ਵਿੱਚ ਹਬਰੋਨ, ਦਬਿਰ, ਅਨਾਬ, ਯਹੂਦਾ ਅਤੇ ਇਜ਼ਰਾਈਲ ਦੇ ਸਭ ਪਹਾੜੀ ਇਲਾਕਿਆਂ ਵਿੱਚੋਂ ਅਨਾਕੀਆਂ ਨੂੰ ਖਤਮ ਕਰ ਦਿੱਤਾ। ਇਸ ਤਰ੍ਹਾਂ ਇਜ਼ਰਾਈਲੀਆਂ ਦੇ ਦੇਸ਼ ਵਿੱਚ ਕੋਈ ਅਨਾਕੀ ਬਾਕੀ ਨਾ ਬਚਿਆ, ਸਿਵਾਏ ਅਸ਼ਾ, ਗਥ ਅਤੇ ਅਸ਼ੋਦਦ ਵਿੱਚ ਬਾਕੀ ਕੁਝ ਬਚੇ ਰਹਿ ਗਏ ਸਨ। ਇਸ ਲਈ ਯਹੋਸ਼ੂਆ ਨੇ ਪ੍ਰਭੂ ਦੀ ਮੂਸਾ ਨੂੰ ਮਿਲੀ ਆਗਿਆ ਅਨੁਸਾਰ ਇਹ ਸਭ ਧਰਤੀ ਆਪਣੇ ਕਬਜ਼ੇ ਵਿੱਚ ਕਰ ਲਈ ਅਤੇ ਸਭ ਧਰਤੀ ਇਜ਼ਰਾਈਲੀਆਂ ਦੇ ਕਬੀਲਿਆਂ ਨੂੰ ਵੰਡ ਦਿੱਤੀ। ਤਦ ਉਸ ਧਰਤੀ ਨੂੰ ਯੁੱਧ ਤੋਂ ਆਰਾਮ ਮਿਲਿਆ। ਸੋ ਇਹ ਸਾਰੇ ਇਲਾਕੇ ਉਸਨੇ ਜਿੱਤ ਲਏ।
ਅਸੀਂ ਇਹਨਾਂ ਇਲਾਕਿਆਂ ਨੂੰ ਦੁਆਰਾ ਦੇਖਣਾ, ਜਿਸ ਜ਼ਮੀਨ ਵੰਡੀ ਜਾਣੀ ਆ ਉੱਥੇ ਜਾ ਕੇ ਅਸੀਂ ਦੁਆਰਾ ਦੇਖਾਂਗੇ। ਪਰ ਜਿਹੜੀ ਮੇਨ ਚੀਜ਼ ਆ ਉਹ ਦੇਖਣ ਵਾਲੀ ਇਹ ਹੈ, ਜਿਹੜੀ ਸਾਨੂੰ ਅੱਗੇ ਜਾ ਕੇ ਜਿਸ ਚੀਜ਼ ਨੇ ਮੁੜ ਕੇ ਅਸੀਂ ਜਿਸ ਨੂੰ ਦੇਖਣਾ, ਉਹ ਹੈ ਅਨਾਕੀਆਂ ਦੇ, ਜਿਹੜੇ ਅਨਾਕ ਦੇ ਦੈਂਤ, ਉਹ ਆਲਰੇਡੀ, ਕਿਉਂਕਿ ਉਹ ਪਿੱਛੇ ਗੱਤ ਦੇ ਇਲਾਕੇ ਦੇ ਵਿੱਚ ਉਹਨਾਂ ਨੂੰ ਹਰਾ ਕੇ ਆਏ ਆ, ਔਰ ਇਸ ਕਰਕੇ ਹੁਣ ਜਿਸ ਇਲਾਕੇ ਦੇ ਵਿੱਚ ਉਹ ਆ ਕੇ ਬੈਠੇ ਆ, ਉੱਥੇ ਦੇ ਜਿਹੜੇ ਦੈਂਤ ਆ, ਜਾਣੀ ਕਿ ਬੇਸਿਕਲੀ ਸਾਈਜ਼ ਦੇ ਵਿੱਚ ਜਿਹੜੇ ਵੱਡੇ ਲੋਕ ਆ, ਉਹ ਉਹਨਾਂ ਨੇ ਉਹਨਾਂ ਨੇ ਸੋਚਿਆ ਕਿ ਸਾਡੇ ਵੱਲ ਨੂੰ ਇਹਨਾਂ ਨੇ ਨਹੀਂ ਆਉਣਾ। ਔਰ ਐਕਚੁਅਲੀ ਜਿਹੜੇ ਪਹਿਲਾਂ 12 ਜਾਣੇ ਆਏ ਸੀਗੇ ਇਸ ਧਰਤੀ ਨੂੰ ਦੇਖਣ ਦੇ ਲਈ, ਹਰ ਕਬੀਲੇ ਚੋਂ ਇੱਕ ਜਾਣਾ, ਜਿਹੜੇ ਉਹ ਜਾ ਕੇ ਰੋਏ ਪਿੱਟੇ, ਉਹ ਇਸੇ ਗੱਲ ਤੋਂ ਰੋਏ ਪਿੱਟੇ ਕਿ ਉਹ ਤਾਂ ਅਨਾਕੀ ਦੈਂਤ ਆ, ਅਸੀਂ ਦੈਂਤਾਂ ਨਾਲ ਕਿੱਦਾਂ ਲੜਨਾ, ਅਸੀਂ ਤਾਂ ਇੱਥੇ ਇੱਟਾਂ ਪੱਥਦੇ ਆਏ, ਅਸੀਂ ਕੋਈ ਫੌਜੀ ਦੌੜੋ। ਲੇਕਿਨ 2 ਜਾਣਿਆਂ ਨੇ ਉੱਥੇ ਖੜੇ ਹੋਏ ਸੀ। ਕਾਲੇਬ ਨੇ ਕਿਹਾ ਸੀ ਕਿ ਪ੍ਰਭੂ ਸਾਨੂੰ ਜਿੱਤਾਂ ਦੇ ਕੇ ਲੈ ਕੇ ਆਉਂਦਾ ਰਿਹਾ, ਉਸਨੇ ਸਾਨੂੰ ਜਿੱਤਾਂ ਦਿੱਤੀਆਂ ਆ, ਸਾਨੂੰ ਡਰਨ ਦੀ ਲੋੜ ਨਹੀਂ, ਸਾਨੂੰ ਉਹਨਾਂ ਤੋਂ ਡਰਨ ਦੀ ਲੋੜ ਨਹੀਂ, ਉਹਨਾਂ ਨੂੰ ਆਲਰੇਡੀ ਪ੍ਰਭੂ ਨੇ ਸਾਡੇ ਹੱਥੀਂ ਦੇ ਦਿੱਤਾ। ਲੇਕਿਨ ਉਹ ਲੋਕ ਰੋਣ ਪਿੱਟਣ ਲੱਗੇ, ਔਰ ਫਿਰ ਪ੍ਰਭੂ ਨੇ ਉਹਨਾਂ ਨੂੰ ਕਿਹਾ ਕਿ 40 ਦਿਨਾਂ ਤੱਕ ਤੁਸੀਂ ਉਸ ਸੁੰਦਰ ਧਰਤੀ ਨੂੰ ਦੇਖ ਕੇ ਆਏ, ਔਰ ਤੁਸੀਂ ਕਿਹਾ ਕਿ ਉਹਨਾਂ ਨੇ ਸਾਡੇ ਪੁੱਤਰਾਂ ਨੂੰ, ਸਾਡੀਆਂ ਧੀਆਂ ਪੁੱਤਾਂ ਨੂੰ ਗੁਲਾਮ ਬਣਾ ਲੈਣਾ। ਲੇਕਿਨ ਨਹੀਂ, ਹੁਣ 40 ਸਾਲ ਤੱਕ ਤੁਸੀਂ ਇਸ ਉਜਾੜ ਦੇ ਗੁਲਾਮ ਰਹੋਗੇ, ਔਰ ਤੁਹਾਡੇ ਧੀਆਂ ਪੁੱਤਰ ਉਸ ਧਰਤੀ ਦੇ ਉੱਤੇ ਜਾਣਗੇ। ਇਹ ਉਹਨਾਂ ਦੇ ਧੀਆਂ ਪੁੱਤਰ ਜਿਹੜੇ ਇਸ ਧਰਤੀ ਤੇ ਆ ਰਹੇ ਆ, ਔਰ ਇਹਨਾਂ ਦੇ ਵਿੱਚ 2 ਜਿਹੜੇ ਹੈਗੇ ਆ ਬਜ਼ੁਰਗ ਆ, ਔਰ ਕਾਫੀ ਬਜ਼ੁਰਗ, ਕਾਲੇਬ ਵੀ ਕਾਫੀ ਬਜ਼ੁਰਗ ਆ, ਯਸ਼ੂਆ ਵੀ ਕਾਫੀ ਬਜ਼ੁਰਗ। ਕੋਈ ਯਹੋਸ਼ੂਆ ਦੀ ਜਿਹੜੀ ਉਮਰ ਸੀਗੀ ਉਸ ਵੇਲੇ ਆਲਰੇਡੀ 40-42 ਸਾਲ ਦੀ ਸੀ ਜਿਸ ਵੇਲੇ ਉਹ ਉੱਥੋਂ ਆਇਆ ਸੀ, ਔਰ ਫਿਰ 40-42 ਸਾਲ ਉਸਨੇ ਉਹ ਜਿਹੜੇ ਉਹਨਾਂ ਨੇ ਚੱਕਰ ਲਾਏ ਉਹ ਵੀ ਕੱਟੇ ਵਿਚਾਰੇ, ਔਰ ਹੁਣ ਕਾਫੀ ਬਜ਼ੁਰਗ ਸੀ। ਪਰ ਜਿਹੜੇ ਇਸ ਦੀ ਉਮਰ ਔਰ ਕਾਲੇਬ ਦੀ ਜਿਹੜੀ ਉਮਰ ਸੀ ਉਹ ਅਬਾਊਟ 81-82 ਸਾਲ ਦੀ ਸੀ, ਤੇ ਦੂਸਰੇ ਪਾਸੇ ਜਿਹੜੀ ਇਜ਼ਰਾਈਲੀਆਂ ਜਿਹੜੇ ਬਾਕੀ ਦੇ ਸੀਗੇ, ਜਿਹੜਾ ਵਿੱਚ ਵਕਫਾ ਸੀਗਾ, ਉਹ ਜਿਹੜੇ ਲੋਕ ਸੀ 60 ਸਾਲ ਤੋਂ ਪਿੱਛੇ ਜਾਂਦੇ ਸੀ, 60 ਸਾਲ ਤੋਂ ਛੋਟੇ ਸੀ। ਸੋ ਇਹ 2 ਬਜ਼ੁਰਗ ਦੂਰੋਂ ਹੀ ਦੱਸਦੇ ਸੀਗੇ ਕਿ ਇਹਨਾਂ ਦੇ ਵਿੱਚ 2 ਬਜ਼ੁਰਗ ਬੰਦੇ ਜਿਹੜੇ ਆ ਉਹ ਉਹਨਾਂ ਦੀ ਉਮਰ ਦੇ ਵਿੱਚ 20 ਸਾਲ ਦਾ ਬਾਕੀਆਂ ਨਾਲੋਂ ਫਰਕ। ਠੀਕ, ਸੋ ਅਸੀਂ ਇਹਨਾਂ ਚੀਜ਼ਾਂ ਨੂੰ ਜਿਸਲੇ ਦੇਖਦੇ ਪਏ ਆ, ਤੇ ਉਹ ਪ੍ਰਭੂ ਉਹ ਇਹ ਵੀ ਦੇਖਦੇ ਪਏ ਕਿ ਇਹਨਾਂ ਜਰਨੈਲ ਦਾ ਬੁੱਢਾ ਹੈ, ਉਹਨੇ ਕੀ ਕਰ ਲੈਣਾ। ਇਹ ਵੀ ਇੱਕ ਵੱਡੀ ਚੀਜ਼ ਹੈ ਕਿ ਇੱਕ ਬਜ਼ੁਰਗ ਨੂੰ ਹੀ ਵਾਅਦਾ ਮਿਲਿਆ ਸੀ, ਪਰ ਇੱਕ ਬਜ਼ੁਰਗ ਦੇ ਰਾਹੀਂ ਪ੍ਰਭੂ ਜਿੱਤਾਂ ਦੇ ਰਹੇ, ਇਹ ਸਭ ਤੋਂ ਵੱਡੀ ਗੱਲ। ਲੇਕਿਨ ਹੁਣ ਜਿਹੜਾ ਅਗਲਾ ਜਿਹੜਾ ਕਦਮ ਆ, ਜਿਹੜੇ ਪ੍ਰਭੂ ਨੇ ਉਹਨਾਂ ਦੇ ਪੈਰ ਪਹਿਲਾਂ ਬੰਨ੍ਹ ਦਿੱਤੇ, ਲੇਕਿਨ ਹੁਣ ਥੋੜਾ ਜਿਹਾ ਉਹਨਾਂ ਨੂੰ ਉਹ ਸਿਖਾਉਂਦਾ ਵੀ ਪਿਆ, ਲੜਨਾ ਵੀ ਸਿਖਾਉਂਦਾ ਪਿਆ। ਸੋ ਜਿਹੜੀਆਂ ਅਗਲਾ ਜਿਹੜਾ ਸਮਾਂ ਸੀ ਉਹ ਬੇਸਿਕਲੀ 5 ਸਾਲ ਦਾ ਸਮਾਂ ਸੀ, ਜਿਹਦੇ ਵਿੱਚ ਉਹਨਾਂ ਨੇ ਇਹ ਸਾਰੀਆਂ ਜਿਹੜੀਆਂ ਜਿੱਤਾਂ ਹੁਣ ਅਸੀਂ ਪੜ੍ਹ ਕੇ ਹਟੇ ਆ, ਉਹਨਾਂ ਨੂੰ 5 ਸਾਲ ਲੱਗੇ, ਪਹਿਲਿਆਂ ਨੂੰ ਇੱਕੋ ਹੀ ਸਾਲ ਲੱਗਾ। ਲੇਕਿਨ ਹੁਣ ਉਹ ਯੁੱਧ ਦੇ ਵਿੱਚ ਥੋੜੇ ਜਿਹੇ ਉਹਨਾਂ ਨੂੰ ਕਲਾ, ਯੁੱਧ ਦੀ ਕਲਾ ਵੀ ਹੁਣ ਪ੍ਰਭੂ ਨੇ ਸਿਖਾਈ। ਸੋ ਇਹ 5 ਸਾਲ ਉਹਨਾਂ ਨੂੰ ਪੂਰੇ ਲੱਗੇ ਇਸ ਦੇ ਵਿੱਚ ਹੋਣ ਦੀ। ਹੁਣ ਅਸੀਂ ਸਾਰਾ ਪੜ੍ਹਨਾ ਕਿ ਮੂਸਾ ਦੇ ਰਾਹੀਂ ਕਿਹੜੀਆਂ ਜਿੱਤਾਂ ਮਿਲੀਆਂ, ਔਰ ਉਸ ਤੋਂ ਬਾਅਦ ਯਹੋਸ਼ੂਆ ਦੇ ਰਾਹੀਂ ਕਿਹੜੀਆਂ ਜਿੱਤਾਂ ਮਿਲੀਆਂ। ਸੋ ਅਸੀਂ ਜਿਸਲੇ 12ਵੇਂ ਚੈਪਟਰ ਤੇ ਜਾਣਾ, ਅਸੀਂ ਉਸ ਨੂੰ ਪੜ੍ਹਨਾ। ਸੋ ਆਓ 12ਵੇਂ ਚੈਪਟਰ ਦੀਆਂ ਸਿਰਫ 23 ਆਇਤਾਂ, ਲੈਸ ਫਿਨਿਸ਼ ਦੈਟ। ਕਿ ਮੈਂ ਪੜ੍ਹ ਦਿੰਦੀ। ਮੂਸਾ ਤੋਂ ਹਾਰੇ ਰਾਜੇ। ਇਸਰਾਏਲੀ ਲੋਕਾਂ ਨੇ ਜਰਦਨ ਦਰਿਆ ਦੇ ਪਾਰ ਪੂਰਬੀ ਪਾਸੇ ਦੇ ਰਾਜਿਆਂ ਨੂੰ ਪਹਿਲਾਂ ਹੀ ਹਰਾ ਕੇ ਉਹਨਾਂ ਦੀ ਧਰਤੀ ਉੱਤੇ ਕਬਜ਼ਾ ਕਰ ਲਿਆ ਸੀ। ਸਾਰਾ ਇਲਾਕਾ ਇਸ ਤਰ੍ਹਾਂ ਨਾਲ ਹੈ, ਅਰਨੋਨ ਦੀ ਵਾਦੀ ਤੋਂ ਲੈ ਕੇ ਹਰਮੋਨ ਪਹਾੜੀ ਤੱਕ ਦਾ ਸਾਰਾ ਇਲਾਕਾ ਅਤੇ ਪੂਰਬ ਵੱਲ ਦਾ ਸਾਰਾ ਮੈਦਾਨੀ ਇਲਾਕਾ। ਇਹਨਾਂ ਰਾਜਿਆਂ ਵਿੱਚੋਂ ਇੱਕ ਦਾ ਨਾਂ ਸਿਹੋਨ ਜੋ ਅਮੋਰੀ ਸੀ ਅਤੇ ਉਸ ਦੀ ਰਾਜਧਾਨੀ ਹਸ਼ਬੋਨ ਸੀ। ਉਸ ਦੇ ਰਾਜ ਦੀ ਹੱਦ ਇੱਕ ਪਾਸੇ ਅਰੋਏਰ ਤੋਂ ਲੈ ਕੇ ਅਰਥਾਤ ਅਰਨੋਨ ਦੀ ਵਾਦੀ ਦੇ ਕੰਢੇ ਤੋਂ ਲੈ ਕੇ ਵਾਦੀ ਦੇ ਅੱਧ ਤੱਕ ਅਰਥਾਤ ਯਾਬੋਕ ਤੱਕ ਸੀ। ਮੈਦਾਨੀ ਇਲਾਕੇ ਦੀਆਂ ਹੱਦਾਂ ਪੂਰਬ ਵੱਲ ਕਿਨਰੋਥ ਦੇ ਸਮੁੰਦਰ ਤੱਕ ਅਤੇ ਅਰਾਬਾ ਦੇ ਸਮੁੰਦਰ ਅਰਥਾਤ ਖਾਰੇ ਸਮੁੰਦਰ ਤੱਕ ਅਤੇ ਦੱਖਣ ਵੱਲ
ਬੈਤ ਯਸਿਮੋਨ ਦੇ ਸੜਕ ਤੋਂ ਲੈ ਕੇ ਪਿਸਗਾ ਪਹਾੜ ਤੱਕ ਸਨ। ਮੂਸਾ ਨੇ ਬਸ਼ਾਨ ਦੇ ਰਾਜਾ ਓਗ ਨੂੰ ਵੀ ਜਿੱਤਿਆ ਸੀ, ਜੋ ਰਫਾਈ ਲੋਕਾਂ ਦੀ ਜਾਤ ਵਿੱਚੋਂ ਸੀ। ਉਸ ਦੀਆਂ 2 ਰਾਜਧਾਨੀਆਂ ਸਨ, ਅਸ਼ਤਾਰੋਤ ਅਤੇ ਅਦਰਈ। ਉਸ ਦੇ ਹੇਠ ਹਰਮੋਨ ਪਹਾੜ ਦਾ ਇਲਾਕਾ, ਸਲਕਾ ਦਾ ਇਲਾਕਾ, ਜਿਸ ਦੀਆਂ ਹੱਦਾਂ ਗਸੂਰੀਆ ਅਤੇ ਮਾਕਾਤੀਆਂ ਤੱਕ ਚਲੀਆਂ ਜਾਂਦੀਆਂ ਸਨ। ਗਿਲਿਆਦ ਦਾ ਅੱਧਾ ਹਿੱਸਾ ਵੀ ਉਸ ਦੇ ਰਾਜ ਵਿੱਚ ਸੀ, ਜਿਸ ਦੀ ਹੱਦ ਰਾਜਾ ਸਿਓਨ ਦੀ ਹੱਦ ਨਾਲ ਲੱਗਦੀ ਸੀ। ਇਹਨਾਂ ਦੋਹਾਂ ਰਾਜਿਆਂ ਨੂੰ ਪ੍ਰਭੂ ਦੇ ਦਾਸ ਮੂਸਾ ਇਜ਼ਰਾਈਲੀ ਲੋਕਾਂ ਨੇ ਜਿੱਤਿਆ ਸੀ। ਮੂਸਾ ਨੇ ਇਹਨਾਂ ਦੀ ਧਰਤੀ ਰੂਬੇਨ, ਗਾਦ ਅਤੇ ਮਨੱਸੇ ਦੇ ਅੱਧੇ ਕਬੀਲੇ ਵਿੱਚ ਵੰਡ ਦਿੱਤੀ ਸੀ। ਯਹੂਦਾ ਤੋਂ ਹਾਰੇ ਰਾਜੇ। ਯਹੋਸ਼ੂਆ ਅਤੇ ਇਜ਼ਰਾਈਲੀ ਲੋਕਾਂ ਨੇ ਇਹਨਾਂ ਇਲਾਕਿਆਂ ਦੇ ਸਭ ਰਾਜਿਆਂ ਨੂੰ ਹਰਾਇਆ ਸੀ। ਜਰਦਨ ਦੇ ਪੱਛਮੀ ਪਾਸੇ ਵੱਲ ਦੇ ਇਲਾਕਿਆਂ ਬਾਲ ਗਾਦ ਤੋਂ ਲੈ ਕੇ ਲਬਾਨੋਨ ਦੀ ਵਾਦੀ ਤੱਕ ਅਤੇ ਹਾਲਾਕ ਪਹਾੜਾਂ ਤੱਕ, ਜੋ ਸੋਇਰ ਦੇ ਪੂਰਬੀ ਪਾਸੇ ਨਾਲ ਜਾ ਲੱਗਦਾ ਹੈ। ਯਹੋਸ਼ੂਆ ਨੇ ਇਹ ਸਾਰਾ ਇਲਾਕਾ ਜਿੱਤ ਕੇ ਇਜ਼ਰਾਈਲੀਆਂ ਦੇ ਕਬੀਲਿਆਂ ਵਿੱਚ ਵੰਡ ਦਿੱਤਾ। ਇਸ ਵੱਡੇ ਇਲਾਕੇ ਵਿੱਚ ਇਹ ਸਭ ਇਲਾਕੇ ਸ਼ਾਮਲ ਸਨ: ਪਹਾੜੀ, ਬੇਟ, ਮੈਦਾਨੀ ਢਾਲਾਂ, ਉਜਾੜ ਅਤੇ ਦੱਖਣੀ ਮੈਦਾਨ। ਇਹਨਾਂ ਇਲਾਕਿਆਂ ਵਿੱਚ ਇਹ ਕੌਮਾਂ ਰਹਿੰਦੀਆਂ ਸਨ: ਹਿੱਤੀ, ਅਮੋਰੀ, ਕਨਾਨੀ, ਫਰਿਜੀ, ਹਿਵੀ ਅਤੇ ਜਬੂਸੀ। ਇਜ਼ਰਾਈਲੀ ਲੋਕਾਂ ਨੇ ਇਹਨਾਂ ਸ਼ਹਿਰਾਂ ਦੇ ਰਾਜਿਆਂ ਨੂੰ ਹਰਾਇਆ: ਜਰੀਹੋ ਏਈ, ਜੋ ਬੈਤੇਲ ਦੇ ਨੇੜੇ ਹੈ, ਜਰੂਸ਼ਲਮ, ਹਬਰੋਨ, ਜਰਮੂਤ, ਲਾਕੀਸ਼, ਅਗਲੋਨ, ਗਜਰ, ਦਬੇਰ, ਗਦਰ, ਹਾਰਮਾ, ਅਗਦ, ਲਿਬਨਾ, ਅਦੁਲਾਮ, ਮਕੇਦਾ, ਬੈਤੇਲ, ਤਪੂਆ, ਹੇਫਰ, ਅਫੇਕ, ਲੋਸ਼ਾਰੋਨ, ਮਾਦੋਨ, ਹਾਸੋਰ, ਸਿਮਰੋਨ, ਮਾਰੋਨ, ਅਕਸਾਫ, ਤਿਆਨਾਕ, ਮਗਿਦੋ, ਕਦਸ਼, ਕਰਮਲ, ਜੋ ਯਕਲ ਆਮ ਵਿੱਚ ਹੈ, ਦੇਰ, ਜੋ ਉਚਾਈ ਤੇ ਬਸਿਆ ਹੈ, ਗੋਇਮ, ਜੋ ਗਿਲਗਾਲ ਵਿੱਚ ਹੈ, ਅਤੇ ਤਿਰਸਾ। ਸਭ ਰਾਜਿਆਂ ਦੀ ਗਿਣਤੀ 31 ਹੈ। ਬਾਕੀ ਇੱਥੇ ਤੱਕ ਹੀ ਪੜ੍ਹਨਾ ਸੀ ਜੀ। ਤੇ ਤਿਰਸਾ ਜਿਹਨਾਂ ਦੀ ਗਿਣਤੀ 31, ਬਸ ਇੱਥੇ ਅੱਜ ਪੜਾਂਗੇ। ਅਸੀਂ ਪ੍ਰਭੂ ਦੇ ਵਚਨ ਦੇ ਵਿੱਚ ਇਹ ਦੇਖਦੇ ਪਏ ਹਾਂ, ਮੇਨ ਚੀਜ਼ ਜਿਹੜੀ ਪ੍ਰਭੂ ਨੇ ਅਬਰਾਹਮ ਦੀ ਕੌਮ ਨੂੰ ਲਿਆ ਕੇ ਵਸਾਇਆ। ਉਸਨੇ ਮਿੱਤਰ ਦਾ ਦਰਜਾ ਸਿਰਫ ਇੱਕ ਬੰਦੇ ਨੂੰ ਦਿੱਤਾ, ਅਬਰਾਹਮ। ਉਸਨੂੰ ਸਿਰਫ ਆਪਣਾ ਮਿੱਤਰ ਕਿਹਾ ਉਸ, ਔਰ ਉਸ ਨੂੰ ਵੱਡੀ ਉਮਰ ਦੇ ਵਿੱਚ ਪੁੱਤਰ ਦੀ ਦਾਤ ਦੇ ਕੇ, ਜਦੋਂ ਉਹਦੀ ਉਮਰ 100 ਸਾਲ ਦੀ ਸੀ, ਔਰ ਪੁੱਤਰ ਦੀ ਦਾਤ ਦੇ ਕੇ ਉੱਥੋਂ ਇਹ ਸਾਰੀ ਕੌਮ ਉਸਨੇ ਪੈਦਾ ਕੀਤੀ। ਔਰ ਉਸਨੂੰ ਜਿਹੜਾ ਵਾਅਦਾ ਦਿੱਤਾ, ਉਹ ਧਰਤੀ ਦਾ ਕੋਈ ਵੀ ਇਨਸਾਨ ਉਸਨੂੰ ਪੂਰਾ ਨਹੀਂ ਸੀ ਕਰ ਸਕਦਾ, ਕੋਈ ਦੇਵੀ ਦੇਵਤਾ ਉਸਨੂੰ ਪੂਰਾ ਨਹੀਂ ਸੀ ਕਰ ਸਕਦਾ। ਪ੍ਰਭੂ ਨੇ ਉਹ ਕਰਕੇ ਦਿਖਾਇਆ। ਇਹ ਸਾਰਾ ਇਲਾਕਾ ਪ੍ਰਭੂ ਨੇ ਆਪਣੇ ਬੰਦੇ ਅਬਰਾਹਮ ਦੀ ਸੰਤਾਨ ਨੂੰ ਦਿੱਤਾ। ਜੋ ਉਸਨੇ ਉਸਦੇ ਨਾਲ ਵਾਅਦਾ ਕੀਤਾ ਸੀ, ਅਸੀਂ ਉਸ ਵਾਅਦੇ ਨੂੰ ਪੂਰਾ ਹੁੰਦਾ ਦੇਖਦੇ ਪਏ। 12ਵੇਂ ਭਾਗ ਦੇ 15ਵੇਂ ਭਾਗ ਦੇ ਵਿੱਚ, ਉਤਪਤ ਦੇ 15ਵੇਂ ਭਾਗ ਦੇ ਵਿੱਚ ਇਹ ਵਾਅਦਾ ਦਿੱਤਾ ਗਿਆ ਸੀ ਕਿ ਮੈਂ ਇਹਨਾਂ ਲੋਕਾਂ ਦੀ ਧਰਤੀ ਤੈਨੂੰ ਦੇਵਾਂਗਾ। ਔਰ 440 ਸਾਲ ਪ੍ਰਭੂ ਇਹਨਾਂ ਦੇ ਕੋਲ, ਇਹਨਾਂ ਲੋਕਾਂ ਦੇ ਕੋਲ ਆਪਣੇ ਨਬੀ ਘੱਲਦਾ ਰਿਹਾ, ਜੋ ਘੱਲਦਾ ਰਿਹਾ। ਔਰ ਅਸੀਂ ਦੇਖਿਆ ਸੀ ਕਿ ਕਿਸ ਤਰ੍ਹਾਂ ਜਿਸ ਵੇਲੇ ਅਸੀਂ ਪਿੱਛੇ ਪੜ੍ਹਦੇ ਸੀਗੇ, ਜਿਸ ਵੇਲੇ ਹਾਲੇ ਤੱਕ ਉਹ ਆਪਣੇ ਪੂਰਬ ਵਾਲੇ ਪਾਸੇ ਸੀਗੇ, ਤਾਂ ਉੱਥੇ ਅਸੀਂ ਦੇਖਦੇ ਸੀਗੇ ਕਿ ਬਲਾਕ ਵਰਗੇ ਰਾਜੇ ਬਲਿਆਮ ਵਰਗੇ ਕੋਲ ਜਾਂਦੇ ਸੀ, ਕਿਉਂਕਿ ਪ੍ਰਭੂ ਉਸਨੂੰ ਉਸਦੇ ਨਾਲ ਗੱਲ ਕਰਦਾ ਸੀ। ਉਸਦੀ ਗੱਲ ਹਮੇਸ਼ਾ ਸੱਚੀ ਹੁੰਦੀ ਸੀ। ਉਹ ਜੇ ਉਹਨੂੰ ਸਰਾਫ ਦਿੰਦਾ ਸੀ, ਉਹਨੂੰ ਸਰਾਫ ਲੱਗਦਾ ਸੀ, ਔਰ ਜੇ ਉਹਨੂੰ ਬਰਕਤ ਦਿੰਦਾ ਸੀ, ਬਰਕਤ ਲੱਗਦੀ ਸੀ। ਸੋ ਰਾਜਾ ਬਲਾਕ ਵੀ ਕਹਿ ਰਿਹਾ ਕਿ ਤੇਰੇ ਨਾਲ ਪ੍ਰਭੂ ਆ, ਪਰ ਹੁਣ ਇਹ ਸਭ ਕੁਝ ਕਰਦਿਆਂ ਹੋਇਆਂ ਵੀ ਬੁੱਤ ਪ੍ਰਸਤੀ ਉਹ ਉਨੀ ਕਰਦੇ ਪਏ, ਔਰ ਸਾਰੇ ਗੁਨਾਹ ਜਿਹੜੇ ਉਹ ਕਰਦੇ ਪਏ। ਔਰ ਜੋ ਉਹਨਾਂ ਨੇ ਔਰਤ ਦਾ ਹਾਲ ਕੀਤਾ ਆ, ਔਰਤ ਜਾਤ ਦਾ ਹਾਲ ਕੀਤਾ ਆ, ਉਹ ਤੁਸੀਂ ਪੜ੍ਹ ਕੇ ਤੁਹਾਡੇ ਰੌਂਗਟੇ ਖੜੇ ਹੋ ਜਾਂਦੇ। ਬਹੁਤ ਸਾਰੀਆਂ ਚੀਜ਼ਾਂ ਇੱਥੇ ਕਹਿਣ ਦੇ ਲਾਇਕ ਨੇ। ਕੀ ਇਹ ਲੋਕ ਏਦਾਂ ਦੀ ਮੌਤ ਡਿਜ਼ਰਵ ਕਰਦੇ ਸੀਗੇ? ਅਗਰ ਤੁਸੀਂ ਉਹ ਸਾਰੀਆਂ ਚੀਜ਼ਾਂ ਪੜ੍ਹੋ ਜੋ ਉਹ ਲੋਕ ਕਰਦੇ ਸੀਗੇ, ਇਸ ਕਰਕੇ ਮੈਂ ਬਹੁਤਾ ਉਸ ਦੇ ਬਾਰੇ ਜਾਣਦਾ ਨਹੀਂ, ਕਿਉਂਕਿ ਮੈਨੂੰ ਇਹ ਸੀਗਾ, ਜਿਸ ਲਈ ਮੈਂ ਪਹਿਲੀ ਵਾਰੀ ਬਾਈਬਲ ਪੜ੍ਹੀ ਸੀ, ਤਾਂ ਮੈਨੂੰ ਇਹ ਸੀਗਾ ਕਿ ਵਾਈ, ਕਿਉਂ ਬੱਚੇ, ਕਿਉਂ ਪਸ਼ੂ, ਕਿਉਂ? ਲੇਕਿਨ ਉਹਨਾਂ ਦੀਆਂ ਹਰਕਤਾਂ ਹੀ ਏਦਾਂ ਦੀਆਂ ਸੀ, ਉਹਨਾਂ ਦੀਆਂ ਹਰਕਤਾਂ ਹੀ ਏਦਾਂ ਦੀ ਸੀ। ਉਹਨਾਂ ਨੇ ਬੰਦਿਆਂ ਨੂੰ ਤੱਕ ਹੀ, ਪਸ਼ੂਆਂ ਨੂੰ ਵੀ ਨਹੀਂ ਛੱਡਿਆ ਸੀ। ਔਰ ਪ੍ਰਭੂ ਨੇ
ਇਹ ਜਿਹੜੀ ਸਫਾਈ ਕੀਤੀ ਹੈ ਬਹੁਤ ਜ਼ਰੂਰੀ ਸੀ। ਔਰ ਦੂਸਰੇ ਪਾਸੇ ਪ੍ਰਭੂ ਨੇ ਇਹ ਦਿਖਾਇਆ ਕਿ ਮੈਂ ਆਪਣੇ ਵਾਅਦੇ ਨੂੰ ਪੂਰਾ ਕਰ ਸਕਦਾ। ਉਹ ਚਾਹੁੰਦਾ ਸਾਰੀ ਧਰਤੀ ਦੇ ਸਕਦਾ ਸੀ, ਸਾਰੀ ਧਰਤੀ ਖਾਲੀ ਕਰਵਾ ਸਕਦਾ ਸੀ, ਲੇਕਿਨ ਨਹੀਂ, ਉਸਨੇ ਏਦਾਂ ਨਹੀਂ ਕੀਤਾ। ਜਿਹੜੇ ਦੂਜੇ ਪਾਸੇ ਲੜਦੇ ਪਏ ਆ ਉਹਨਾਂ ਦੇ ਆਪਣੇ ਵੈਰ ਆ ਜਿਹੜੇ ਕੱਢਦੇ ਪਏ, ਪਰ ਪ੍ਰਭੂ ਨੇ ਉਹਨਾਂ ਦੇ ਹਥਿਆਰਾਂ ਦੀ ਸਫਾਈ ਕਰਵਾਤੀ ਕਿ ਨਾ ਤਾਂ ਪਿੱਛੋਂ ਜਿੱਥੋਂ ਉਹ ਆਏ ਆ ਉਹਨਾਂ 'ਚ ਵੀ ਇੰਨੀ ਹਿੰਮਤ ਨਹੀਂ ਛੱਡੀ, ਔਰ ਉਹਨਾਂ ਦੇ ਇੱਕ ਰਾਜੇ ਦਾ ਐਸਾ ਦਿਲ ਬਦਲਿਆ ਕਿ ਉਸਨੇ ਸਾਰੇ ਮੰਦਿਰ ਬੰਦ ਕਰਕੇ ਤੇ ਸੂਰਜ ਦੀ ਤਪੱਸਿਆ ਕਰਨੀ ਸ਼ੁਰੂ ਕਰ ਦਿੱਤੀ। ਔਰ ਦੂਸਰੇ ਪਾਸੇ ਜਿਹੜੇ ਹੈਗੇ ਆ ਸਪੈਸ਼ਲੀ ਇਰਾਕ ਈਰਾਨ ਤੋਂ ਜਿਹੜੇ ਹਿੰਦੁਸਤਾਨ ਤੱਕ ਗਏ, ਉਹਨਾਂ ਦੀ ਇੱਕ ਆਪਣੀ ਜੰਗ ਛੇੜ ਦਿੱਤੀ ਕਿ ਉਸ ਜੰਗ ਤੋਂ ਬਾਅਦ ਉਹ ਵੀ ਇੰਨੇ ਜੋਗੇ ਨਹੀਂ ਬਚੇ ਸੀ ਕਿ ਉਹ ਇਹਨਾਂ ਲੋਕਾਂ ਦੇ ਉੱਤੇ ਹਮਲਾ ਕਰ ਸਕਣ। ਹਾਂ, ਛੋਟੀਆਂ ਮੋਟੀਆਂ ਹੁਣ ਤਾਂ ਜਿਹੜੇ ਝੜਪਾਂ ਚੱਲਦੀਆਂ ਰਹਿਣੀਆਂ, ਇਜ਼ਰਾਈਲ ਦੇ ਨਾਲ ਹਮੇਸ਼ਾ ਚੱਲਦੀਆਂ ਰਹਿਣੀਆਂ। ਉਹ ਪ੍ਰਭੂ ਨੇ ਉਹਨਾਂ ਨੂੰ ਇਹ ਸ਼ਾਂਤੀ ਦਾ ਤੇ ਇਹਨਾਂ ਨੂੰ ਕਦੀ ਵੀ ਉਸਨੇ ਕਿਹਾ ਸੀ, ਉਹ ਚੱਲਦੀਆਂ ਰਹਿਣੀਆਂ। ਅਸੀਂ ਜਿਸ ਵੇਲੇ ਬਾਈਬਲ ਨੂੰ ਖਤਮ ਕਰਾਂਗੇ ਤਾਂ ਉਸ ਤੋਂ ਬਾਅਦ ਚਰਚ ਦੀ ਹਿਸਟਰੀ ਦੇਖਾਂਗੇ, ਸਾਰੀਆਂ ਚੀਜ਼ਾਂ ਦੇਖਾਂਗੇ, ਔਰ ਅੱਜ ਤੱਕ ਅਸੀਂ ਆਵਾਂਗੇ ਉਹਦੇ ਵਿੱਚ ਸਾਰੀਆਂ ਚੀਜ਼ਾਂ ਦੇਖਾਂਗੇ। ਪਰ ਪ੍ਰਭੂ ਦਾ ਬਹੁਤ ਸ਼ੁਕਰ ਕਰਨਾ ਚਾਹੀਦਾ ਕਿ ਅਸੀਂ ਤਲਵਾਰ ਦੇ ਮੋਹਰੇ ਨਹੀਂ, ਜਿਸ ਹੱਥ ਨੇ ਤਲਵਾਰ ਫੜੀ ਹੋਆ ਅਸੀਂ ਉਹਦੇ ਨਾਲ ਖੜੇ। ਪਿਆਰੇ ਪ੍ਰਭੂ, ਤੇਰਾ ਸ਼ੁਕਰ ਕਰਦੇ ਹਾਂ, ਤੇਰੀ ਦਇਆ, ਤੇਰੇ ਰਹਿਮ, ਤੇਰੇ ਪਿਆਰ ਦੇ ਲਈ। ਇਹ ਹਿੱਸੇ ਪ੍ਰਭੂ ਜੀ ਸੱਚਮੁੱਚ ਬਰਕਤ ਵਾਲੇ ਆ। ਜਦ ਅਸੀਂ ਇਹਨਾਂ ਹਿੱਸਿਆਂ ਨੂੰ ਦੇਖਦੇ ਹਾਂ ਖੁਦਾਵੰਦ, ਤੇ ਅਸੀਂ ਇਸ ਚੀਜ਼ ਨੂੰ ਜਾਣਦੇ ਹਾਂ ਕਿ ਪ੍ਰਭੂ ਜੋ ਵਾਅਦਾ ਕਰਦਾ ਉਸਨੂੰ ਪੂਰਾ, ਉਸਦੇ ਮੂੰਹ ਦੇ ਵਿੱਚੋਂ ਕੋਈ ਵੀ ਨਿਕਲਿਆ ਸ਼ਬਦ ਖਾਲੀ ਨਹੀਂ ਮੁੜਦਾ। ਇਸ ਦੇ ਲਈ ਪ੍ਰਭੂ ਜੀ ਤੇਰੀ ਮਹਾਨਤਾ ਦੇ ਲਈ ਅਸੀਂ ਤੇਰਾ ਸ਼ੁਕਰ ਕਰਦੇ। ਪਿਆਰੇ ਪ੍ਰਭੂ, ਆਪਣੇ ਬੱਚਨ ਨੂੰ ਬਰਕਤ ਪਾਏ, ਆਪਣੇ ਲੋਕਾਂ ਨੂੰ ਤਕੜਾ ਕਰੀ। ਜਿਸ ਕੰਨ ਦੇ ਵਿੱਚ ਵੀ ਇਹ ਸ਼ਬਦ ਜਾਏ ਪ੍ਰਭੂ ਜੀ, ਉਹਨਾਂ ਨੂੰ ਆਪਣੀ ਬਰਕਤ ਦੇ। ਪਿਆਰੇ ਪ੍ਰਭੂ, ਤੂੰ ਹਮੇਸ਼ਾ ਇਹ ਯਾਦ ਰੱਖੇ, ਇਹ ਰੱਖਣ ਕੇ ਪ੍ਰਭੂ ਸਾਡੇ ਨਾਲ ਆ, ਪ੍ਰਭੂ ਦੀ ਨਿਗਾਹਬਾਨੀ ਸਾਡੇ ਉੱਪਰ ਆ, ਪ੍ਰਭੂ ਦਾ ਆਤਮਾ ਸਾਡੇ ਅੰਦਰ ਆ। ਅਸੀਂ ਹਰ ਪਾਸੇ ਤੋਂ ਉਸਨੇ ਸਾਨੂੰ ਸੰਭਾਲਿਆ ਹੈ। ਪਿਆਰੇ ਪ੍ਰਭੂ, ਤੂੰ ਆਪਣੀਆਂ ਬਰਕਤਾਂ ਦੇ ਨਾਲ ਆਪਣੇ ਬੱਚਿਆਂ ਨੂੰ ਭਰੇ। ਜਦ ਤੱਕ ਅਸੀਂ ਦੁਆਰਾ ਮਿਲੀਏ, ਤੇਰੀ ਹਜ਼ੂਰੀ ਸਾਡੇ ਨਾਲ ਬਣੀ ਰਹੇ। ਬੁਰੇ ਔਰ ਬੁਰਾਈ ਤੋਂ ਸਾਨੂੰ ਬਚਾ ਕੇ ਰੱਖੀ, ਔਰ ਆਪਣੀ ਨਜ਼ਦੀਕੀ ਦੇ ਵਿੱਚ ਬਣਾ ਕੇ ਰੱਖੀ। ਯਿਸੂ ਮਸੀਹ ਦੇ ਮਿੱਠੇ ਔਰ ਪਿਆਰੇ ਨਾਮ ਦੇ ਵਿੱਚ ਮੰਗਦੇ ਸਾਰੇ ਭੈਣ ਭਰਾ ਕੇ ਬਲੈਸ ਯੂ। ਪ੍ਰਭੂ ਤੁਹਾਨੂੰ ਬਰਕਤ ਦੇ। ਕੱਲ ਨੂੰ ਮਿਲਾਂਗੇ, ਔਰ ਕੱਲ ਨੂੰ ਆਪਾਂ ਸਾਰੀ ਜ਼ਮੀਨ ਵੰਡ ਹੁੰਦੀ ਦੇਖਾਂਗੇ, ਜਿਹੜੀ ਕੱਲ ਨੂੰ ਵੱਖਰੇ ਵੱਖਰੇ ਇਹਨਾਂ ਦੇ ਕਬੀਲਿਆਂ ਨੂੰ ਮਿਲਣੀ। ਉਹ ਕਿਹੜੀ ਜ਼ਮੀਨ ਆ, ਉਹਦਾ ਪਹਿਲਾ ਨਾਂ ਕੀ ਸੀ, ਨਵਾਂ ਨਾਂ ਕੀ ਰੱਖਿਆ, ਉਹ ਸਾਰੀਆਂ ਚੀਜ਼ਾਂ